ਅਮਰ ਰਹਿੰਦੀਆਂ ਜੱਗ ਤੇ ਉਹ ਕੌਮਾਂ ਜਿਹਦੇ ਵੀਰ ਕਿਧਰੇ ਘਾਲਣਾ ਘਾਲਦੇ ਨੇ। ਜੀ ਹਾਂ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਜਦੋਂ ਇਤਿਹਾਸਕ ਪੰਨਿਆਂ ਨੂੰ ਫਰੋਲਦੇ ਹਾਂ, ਜਿਨ੍ਹਾਂ ਕੌਮਾਂ ਦਾ ਇਤਿਹਾਸ ਹੈ, ਜਿਨ੍ਹਾਂ ਮਰਜੀਵੜੇ ਯੋਧਿਆਂ ਨੇ ਆਪਣਾ ਖੂਨ ਡੋਲ ਕੇ ਕੌਮਾਂ ਨੂੰ ਜਿੰਦਾ ਕੀਤਾ ਹੋਵੇ, ਕੌਮਾਂ ਦੇ ਨਿਸ਼ਾਨ ਨੂੰ ਉੱਚਾ ਚੁੱਕਿਆ ਹੋਵੇ, ਅੱਜ ਉਹ ਸੰਸਾਰ ਤੇ ਕੌਮਾਂ ਰਾਜ ਕਰਦੀਆਂ ਨੇ। ਜੀ ਹਾਂ, ਅੱਜ ਇसी ਕੌਮਾਂ ਤੇ ਆਧਾਰਿਤ ਕੌਮਾਂ ਕਿਵੇਂ ਰਾਜ ਕਰਦੀਆਂ ਨੇ, ਕੌਮਾਂ ਦੇ ਕੋਲ ਕੀ ਕੁਝ ਹੈ, ਇਤਿਹਾਸ ਦੇ ਵਰਕੇ ਕੀ ਕੁਝ ਕਹਿੰਦੇ ਨੇ, ਅੱਜ ਇਸੇ ਬਾਰੇ ਗੱਲਬਾਤ ਕਰਾਂਗੇ। ਤੇ ਸਾਡਾ ਵਿਸ਼ਿਆਂ ਦੇ ਵਿੱਚੋਂ ਵਿਸ਼ਾ ਨਿਕਲਿਆ ਹੈ ਸ਼ਸਤਰ ਅਭਿਆਸ। ਜਦੋਂ ਸਿੱਖ ਕੌਮ ਦੀ ਗੱਲ ਆਉਂਦੀ ਹੈ ਤੇ ਇਹਦੇ ਵਿੱਚ ਸ਼ਸਤਰ ਅਭਿਆਸ ਵਾਸਤੇ ਸ਼ਸਤਰ ਵਿਦਿਆ ਦਾ ਇੱਕ ਬੜਾ ਵੱਡਾ ਪੱਖ ਹੈ, ਜਿਹਨੂੰ ਕਿ ਗੱਤਕਾ ਵੀ ਕਿਹਾ ਜਾਂਦਾ ਹੈ। ਅੱਜ ਪ੍ਰੋਗਰਾਮ ਸਾਂਝ ਵਿਚਾਰਾਂ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਗੱਲ ਹੋਵੇਗੀ ਗੱਤਕੇ ਬਾਰੇ, ਸ਼ਸਤਰ ਵਿਦਿਆ ਬਾਰੇ। ਤੇ ਅੱਜ ਇਸ ਪੂਰੇ ਵਿਸ਼ੇ ਨੂੰ ਖੋਲ੍ਹਣ ਲਈ ਤੁਹਾਡੇ ਰੂਬਰੂ ਕਰ ਰਹੇ ਹਾਂ ਸਾਡੀਆਂ ਦੋ ਅਹਿਮ ਸ਼ਖਸੀਅਤਾਂ। ਸਭ ਤੋਂ ਪਹਿਲੇ ਨੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ, ਗੱਤਕਾ ਮਾਸਟਰ ਸ਼੍ਰੀ ਅੰਮ੍ਰਿਤਸਰ ਤੋਂ, ਤੇ ਦੂਸਰੇ ਮਹਾਨ ਵਿਦਵਾਨ ਨੇ ਗਿਆਨੀ ਪਰਮਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਮਨਜੀਤ ਸਿੰਘ, ਸਭ ਤੋਂ ਪਹਿਲੇ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਗੱਤਕਾ ਕਿਹਾ ਕਿਹਨੂੰ ਜਾਂਦਾ ਹੈ, ਗੱਤਕੇ ਦੇ ਅਰਥ ਕੀ ਨੇ? ਗੱਤਕਾ ਸਿੱਖ ਸ਼ਸਤਰ ਵਿਦਿਆ ਦਾ ਇੱਕ ਅਹਿਮ ਪੱਖ ਹੈ। ਗੱਤਕੇ ਦੇ ਅਰਥ ਨੇ ਗੱਗਾ ਗਤੀ, ਤੱਤਾ ਤਾਲਮੇਲ, ਕੱਕਾ ਕਾਲ। ਕੀ ਬਾਤ ਹੈ। ਗੱਤਕਾ ਵੈਸੇ ਤਾਂ ਇੱਕ ਸਿੰਗਲ ਸੋਟੀ ਨੂੰ ਕਿਹਾ ਜਾਂਦਾ ਹੈ ਜੇ ਖੇਡਦੇ ਹਾਂ ਜੀ, ਪਰ ਸਿੱਖ ਸ਼ਸਤਰ ਵਿਦਿਆ ਵਿੱਚ ਸਾਰੀ ਸਿੱਖ ਸ਼ਸਤਰ ਵਿਦਿਆ ਨੂੰ ਗੱਤਕੇ ਦੇ ਨਾਮ ਨਾਲ ਪੁਕਾਰਿਆ ਜਾਂਦਾ। ਅਕਸਰ ਵੇਖਿਆ ਜਾਂਦਾ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਇਤਿਹਾਸ ਦੇ ਵਰਕੇ ਫਰੋਲਦੇ ਹਾਂ, ਗੁਰੂ ਹਰਗੋਬਿੰਦ ਸਾਹਿਬ ਤੋਂ ਸ਼ਸਤਰ ਵਿਦਿਆ ਦੀ ਆਰੰਭਤਾ ਕਹੀ ਜਾਂਦੀ ਹੈ। ਮੀਰੀ ਪੀਰੀ ਦੀ ਜਦੋਂ ਗੱਲ ਚੱਲਦੀ ਹੈ, ਅਕਾਲ ਤਖਤ ਦੀ ਗੱਲ ਚੱਲਦੀ ਹੈ, ਪਰੰਤੂ ਕੁਝ ਇਤਿਹਾਸ ਦੇ ਪੰਨੇ ਇਹ ਵੀ ਬੋਲ ਕੇ ਕਹਿ ਰਹੇ ਨੇ ਕਿ ਸ਼ਸਤਰ ਅਭਿਆਸ ਦੀ ਗੱਲ, ਗੱਤਕੇ ਦੀ ਗੱਲ, ਸ਼ਸਤਰਾਂ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਆਰੰਭ ਹੋ ਜਾਂਦੀ ਹੈ। ਮੈਂ ਚਾਹਾਂਗਾ ਥੋੜਾ ਜਿਹਾ ਆਪਾਂ ਉਹਦੇ ਬਾਰੇ ਵੀ ਗੱਲ ਕਰੀਏ। ਬਿਲਕੁਲ ਸਹੀ ਕਿਹਾ ਵੀਰ ਜੀ ਆਪ ਜੀ ਨੇ। ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਵੱਲੋਂ 6 ਸ਼ਸਤਰ ਵਰਤਣ ਦਾ ਜ਼ਿਕਰ ਮਿਲਦਾ ਜੀ। ਜਦੋਂ ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਤੇ ਗਏ ਨੇ, ਭੈਣ ਨਾਨਕੀ ਨੇ 9 ਫੁੱਟ ਦਾ ਨੇਜਾ ਨਾਲ ਦਿੱਤਾ, ਜੋ ਕਿ ਪੰਜਾਬ ਦੀ ਰਵਾਇਤ ਸੀ 9 ਫੁੱਟ ਦਾ ਨੇਜਾ ਰੱਖਣਾ। ਗੁਰੂ ਨਾਨਕ ਸਾਹਿਬ ਪਹਿਲੀ ਉਦਾਸੀ ਸਮੇਂ ਢਾਕੇ ਦੇ ਕੋਲ ਪਿੰਡ ਧਨਪੁਰ ਸੀ, ਉੱਥੋਂ ਰਵਾਨਾ ਹੋਣ ਲੱਗੇ। ਉੱਥੋਂ ਚੌਧਰੀ ਨੇ ਕਿਹਾ ਗੁਰੂ ਸਾਹਿਬ ਕੋਲ ਨਿਸ਼ਾਨੀ ਭੇਟ ਕਰ ਜੋ ਜੀ, ਤੇ ਗੁਰੂ ਸਾਹਿਬ ਨੇ ਬਰਛਾ ਦੇ ਦਿੱਤਾ। ਉਹ ਚੌਧਰੀ ਨੇ ਉੱਥੇ ਥੜਾ ਬਣਾ ਕੇ ਤੇ ਬਰਛਾ ਉੱਥੇ ਟਿਕਾ ਕੇ ਤੇ ਉਸ ਤੋਂ ਉੱਥੇ ਬਣਿਆ ਗੁਰਦੁਆਰਾ ਬਰਛਾ ਸਾਹਿਬ, ਤੇ ਜਿਹੜਾ ਸਿੱਖ ਇਤਿਹਾਸ ਦਾ ਸ਼ਸਤਰਾਂ ਦਾ ਪਹਿਲਾ ਗੁਰਦੁਆਰਾ ਬਰਛਾ ਸਾਹਿਬ ਸੀ। ਉਸ ਤੋਂ ਬਾਅਦ ਸਾਡੇ ਮੁਲਤਾਨ ਦੇ ਸੁਲਤਾਨ ਨੇ ਪੱਥਰ ਦਾ ਗੁਰਜ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤਾ, ਜਿਹੜਾ ਇਸ ਸਮੇਂ ਬਹਾਵਲਪੁਰ ਵਿੱਚ ਪਾਕਿਸਤਾਨ ਵਿੱਚ ਕਿਸੇ ਪਰਿਵਾਰ ਕੋਲ ਪਿਆ। ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਗੱਲ ਕਰਦੇ, ਆਸਾ ਹੱਥਕਸ਼ ਕਿਤਾਬ ਦੀ ਗੱਲ ਕਰਦੇ ਨੇ, ਆਸਾ ਉਹਦੇ ਡੰਡੇ ਨੂੰ ਕਿਹਾ ਜਾਂਦਾ। ਬਿਲਕੁਲ। ਇਸ ਤੋਂ ਇਲਾਵਾ ਅਸੀਂ ਜੋ ਪਟਨਾ ਸਾਹਿਬ ਜਾਂਦੇ ਹਾਂ, ਉੱਥੇ ਗੁਰੂ ਨਾਨਕ ਸਾਹਿਬ ਜੀ ਦਾ ਤੇਗਾ, ਚੱਕਰ, ਇੱਕ ਚਮਟਾ ਪਿਆ, 2 ਸ਼ਸਤਰ ਉੱਥੇ ਪਏ ਨੇ। ਚੌਥੀ ਗੱਲ ਜਿਹੜੀ ਗੁਰੂ ਨਾਨਕ ਸਾਹਿਬ ਬਾਰੇ ਅਜੇ ਖੋਜ ਦਾ ਬਹੁਤ ਵੱਡਾ ਵਿਸ਼ਾ ਹੈ, ਕਿ ਜਿਹੜੀ ਪੀਰੀ ਮੀਰੀ ਦੀ ਗੱਲ ਕਰਦੇ ਆਪਾਂ, ਮੀਰੀ ਪੀਰੀ ਦੀ ਗੱਲ ਕਰਦੇ ਹਾਂ, ਗੁਰੂ ਨਾਨਕ ਸਾਹਿਬ ਨੇ ਸਰੋਹੀ ਪਿੰਡ ਦੀ ਬਣੀ ਸਰੋਹੀ ਕਿਰਪਾਨ ਪੀਰੀ ਦੀ ਗੁਰੂ ਅੰਗਦ ਸਾਹਿਬ ਨੂੰ ਗੁਰਗੱਦੀ ਵੇਲੇ ਭੇਟ ਕੀਤੀ। ਉਹੋ ਹੀ ਕਿਰਪਾਨ 5 ਪੀੜ੍ਹੀਆਂ ਚੱਲਦੀ ਰਹੀ ਤੇ 6ਵੇਂ ਪਾਤਸ਼ਾਹ ਪੀਰੀ ਮੀਰੀ ਦੀਆਂ 2 ਕਿਰਪਾਨਾਂ ਪਵਾਈਆਂ ਗਈਆਂ। ਕੀ ਬਾਤ ਹੈ। ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਜਦੋਂ ਸਾਡੇ ਕੋਲ ਇਹੋ ਜਿਹੇ ਰੈਫਰੈਂਸ ਹੋਣ, ਜੋ ਸਾਡੇ ਕੋਲ ਇਹੋ ਜਿਹੇ ਸੋਰਸਿਸ ਹੋਣ, ਇਹੋ ਜਿਹੇ ਸਥਾਨ ਮੌਜੂਦ ਹੋਣ ਜਿੱਥੇ ਗੁਰੂ ਸਾਹਿਬਾਨਾਂ ਤੇ ਸ਼ਸਤਰ ਨੂੰ ਇੱਕਦਮ ਜੋੜਿਆ ਗਿਆ ਹੈ, ਤੇ ਅੱਜ ਵੀ ਸਾਡੇ ਕੋਲ ਸਥਾਨ ਪ੍ਰਚਲਿਤ ਨੇ। ਪਰ ਇਹ ਸਾਡੀ ਆਪਣੀ ਕੌਮ ਦੀ ਨਲਾਇਕੀ ਕਵਾਂਗੇ ਕਿ ਸਾਡੀ ਸੰਗਤ ਨੂੰ, ਸਾਡੇ ਨੌਜਵਾਨਾਂ ਨੂੰ ਬਹੁਤਾਤ ਕਰਕੇ ਸੰਗਤ ਨੂੰ ਉਹਨਾਂ ਸਥਾਨਾਂ ਬਾਰੇ ਨਹੀਂ ਪਤਾ। ਗਿਆਨੀ ਪਰਮਿੰਦਰ ਸਿੰਘ, ਮੈਂ ਤੁਹਾਡੇ ਵੱਲ ਆਵਾਂਗਾ। ਜਿਨ੍ਹਾਂ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ, ਉਹਨਾਂ ਸਥਾਨਾਂ ਬਾਰੇ ਸਾਨੂੰ ਕਿਤੇ ਨਾ ਕਿਤੇ ਸੋਰਸਿਸ ਮਿਲਦੇ ਨੇ, ਕਿਤੇ ਸਾਨੂੰ ਰੈਫਰੈਂਸ ਵੀ ਮਿਲਦੇ ਨੇ। ਮੌਜੂਦਾ ਸਮੇਂ ਤੁਸੀਂ ਕਿਵੇਂ ਵੇਖਦੇ ਹੋ ਸ਼ਸਤਰ ਵਿਦਿਆ ਨੂੰ? ਮੌਜੂਦਾ ਸਮੇਂ ਦੀ ਮੈਂ ਗੱਲ ਕਰਨ ਤੋਂ ਪਹਿਲਾਂ ਇੱਕ ਵਾਰ ਥੋੜ੍ਹਾ ਜਿਹਾ ਮੈਂ ਬੈਕਗਰਾਊਂਡ ਜਾਣਨਾ ਚਾਹੁੰਦਾ। ਜਿਸ ਤਰ੍ਹਾਂ ਭਾਈ ਸਾਹਿਬ ਜੀ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਤੋਂ ਸਾਡੇ ਪਾਸ ਸ਼ਸਤਰਾਂ ਦਾ ਰੈਫਰੈਂਸ ਮਿਲ ਜਾਂਦਾ, ਇੱਦਾਂ ਹੀ ਗੁਰੂ ਅੰਗਦ ਸਾਹਿਬ ਵੇਲੇ ਉਹ ਮੱਲ ਅਖਾੜੇ ਲਾਉਂਦੇ ਨੇ, ਨੌਜਵਾਨ ਇਕੱਠੇ ਕਰਦੇ ਨੇ, ਕੁਸ਼ਤੀਆਂ ਕਰਾਈਆਂ ਜਾਂਦੀਆਂ ਨੇ। ਤੇ ਗੁਰੂ ਅਰਜਨ ਸਾਹਿਬ ਜਦੋਂ ਮਾਤਾ ਗੰਗਾ ਨੂੰ ਵਿਆਹਣ ਜਾਂਦੇ ਨੇ, ਉੱਥੇ ਵੀ ਨੇਜੇਬਾਜੀ, ਘੋੜੇ ਤੇ ਸਵਾਰ ਹੋ ਕੇ ਨੇਜੇ ਦੇ ਨਾਲ ਕਿੱਲਾ ਪੁੱਟਦੇ ਨੇ। ਸਾਡੇ ਕੋਲ ਸਾਰੇ ਰੈਫਰੈਂਸ ਨੇ ਕਿ ਸਿੱਖਾਂ ਦੇ ਕੋਲ ਸ਼ਸਤਰ ਪਹਿਲਾਂ ਹੀ ਸੀ, 6ਵੇਂ ਪਾਤਸ਼ਾਹ ਜੀ ਨੇ ਉਹਨੂੰ ਪ੍ਰਤੱਖ ਕੀਤਾ। ਤੇ ਜਿਹੜੀ ਗੱਲ ਤੁਸੀਂ ਮੌਜੂਦਾ ਸਥਿਤੀ ਦੀ ਕੀਤੀ ਆ, ਅੱਜ ਬਹੁਤ ਲੋੜ ਹੈ ਸਿੱਖ ਬੱਚਿਆਂ ਨੂੰ ਇਹ ਸ਼ਸਤਰ ਵਿਦਿਆ ਤੋਂ ਜਾਣੂ ਕਰਾਉਣ ਦੀ, ਇਹ ਵਿਦਿਆ ਉਹਨਾਂ ਬੱਚਿਆਂ ਨੂੰ ਦੇਣ ਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਧਰਮ ਪ੍ਰਚਾਰ ਕਮੇਟੀ ਵੱਲ ਵਿਚਰਦੇ ਹਾਂ, ਕੈਂਪ ਲਾਉਂਦੇ ਹਾਂ, ਅਸੀਂ ਬੱਚਿਆਂ ਦੇ ਕੈਂਪ ਲਾਉਂਦੇ ਹਾਂ ਜੀ। ਉਹਦੇ ਵਿੱਚ ਅਸੀਂ ਬੱਚਿਆਂ ਦੇ ਜਿੱਥੇ ਹੋਰ ਮੁਕਾਬਲੇ ਕਰਾਉਂਦੇ ਹਾਂ, ਸਿਖਲਾਈ ਦਿੰਦੇ ਹਾਂ ਗੁਰਮਤਿ ਦੀ, ਉੱਥੇ ਨਾਲ ਅਸੀਂ ਯਤਨ ਕਰ ਰਹੇ ਹਾਂ ਬੱਚਿਆਂ ਨੂੰ ਸ਼ਸਤਰ ਅਭਿਆਸ ਵੀ ਕਰਾਇਆ ਜਾਵੇ ਜੀ। ਭਾਈ ਮਨਜੀਤ ਸਿੰਘ, ਤੁਸੀਂ ਲੰਬੇ ਸਮੇਂ ਤੋਂ ਸੰਗਤ 'ਚ ਵਿਚਰ ਰਹੇ ਹੋ, ਦੇਸ਼ ਵਿਦੇਸ਼ਾਂ ਦੀ ਧਰਤੀ 'ਤੇ ਜਾ ਕੇ ਤੁਸੀਂ ਬਕਾਇਦਾ ਗੱਤਕੇ ਦੀ ਟ੍ਰੇਨਿੰਗ ਵੀ ਦੇ ਰਹੇ ਹੋ। ਮੈਂ ਚਾਹਾਂਗਾ ਕਿਹੜੇ ਸ਼ਸਤਰ ਨੇ ਜਿਹੜੇ ਸਾਡੇ ਸਿੱਖ ਸਮਾਜ ਦਾ ਹਿੱਸਾ ਨੇ? ਸ਼ਸਤਰ ਬਹੁਤ ਨੇ, ਪਰੰਤੂ ਬਹੁਤਾਤ ਗਿਣਤੀ 'ਚ ਕੁਝ ਇਹੋ ਜਿਹੇ 94 ਸ਼ਸਤਰ ਨੇ ਜਿਹੜੇ ਗੱਤਕੇ ਵਿੱਚ ਵਰਤੇ ਜਾਂਦੇ ਨੇ, ਜਿਹੜੇ ਸ਼ਸਤਰ ਅਭਿਆਸ ਵਿੱਚ ਵਰਤੇ ਜਾਂਦੇ ਨੇ। ਜੇ ਤੇ ਅਸੀਂ ਲਿਖਤਾਂ ਦੀ ਗੱਲ ਕਰੀਏ, ਇਤਿਹਾਸਕ ਦਸਤਾਵੇਜ਼ਾਂ ਦੀ ਗੱਲ ਕਰੀਏ, ਸਿੱਖ ਇਤਿਹਾਸ 'ਚ ਸ਼ਸਤਰਾਂ ਨੂੰ 4 ਹਿੱਸਿਆਂ ਵੰਡਿਆ ਗਿਆ ਜੀ। ਮੁਕਤ ਸ਼ਸਤਰ, ਅਮੁਕਤ ਸ਼ਸਤਰ, ਮੁਕਤਾ ਮੁਕਤ ਤੇ ਜੰਤਰ ਮੁਕਤ। ਜਿਹੜੇ ਸ਼ਸਤਰ ਹੱਥੀਂ ਫੜ ਕੇ ਚਲਾਏ ਜਾਂਦੇ ਆ,
ਜਿਹੜੇ ਸ਼ਸਤਰ ਹੱਥ ਛੱਡ ਕੇ ਚਲਾਏ ਜਾਂਦੇ ਆ, ਜਿਹੜੇ ਸ਼ਸਤਰ ਹੱਥੀ ਫੜ ਕੇ ਛੱਡ ਕੇ ਦੋਨੇ ਤਰ੍ਹਾਂ ਚਲਾਏ ਜਾਂਦੇ ਆ, ਤੇ ਜੰਤਰ ਮੁਕਤ ਉਹ ਸ਼ਸਤਰ ਜਿਹੜੇ ਕਲਾ ਦੁਆਰਾ ਚਲਾਏ ਜਾਂਦੇ ਆ, ਜਿਵੇਂ ਬੰਦੂਕ ਹੋ ਗਈ ਜੀ, ਤੋਪ ਹੋ ਗਈ, ਇਸ ਤਰ੍ਹਾਂ ਇਹਨਾਂ ਦੇ ਨਾਮ ਵੀ ਵੱਖੋ ਵੱਖਰੇ ਨੇ। ਵੱਖ-ਵੱਖ ਨਾਮ ਹੈ ਜੀ। ਸ਼ਸਤਰਾਂ ਦੇ ਨਾਮ ਬਹੁਤ ਜ਼ਿਆਦਾ ਨੇ ਕੌਮ ਦੇ ਵਿੱਚ ਜੀ ਸਾਡੀ ਕੋਲ, ਪਰ ਅੱਜ ਬਹੁਤਾਤ ਦੇ ਵਿੱਚ ਸ਼ਸਤਰ ਸਾਡੇ ਕੋਲ ਤਿਆਗੇ ਜਾ ਚੁੱਕੇ ਨੇ। ਸ਼ਸਤਰ ਵਿਦਿਆ ਵੀ ਨਹੀਂ ਸਾਡੇ ਕੋਲ ਘੱਟ ਹੈ, ਤੇ ਸ਼ਸਤਰ ਵੀ ਸਾਡੇ ਕੋਲ ਨਹੀਂ ਹੈਗੇ। ਜਿਹੜੇ ਪੁਰਾਤਨ ਸ਼ਸਤਰ ਸੀ ਕਾਫੀ ਜ਼ਿਆਦਾ ਲੋਪ ਹੋ ਚੁੱਕੇ ਨੇ, ਜਿਵੇਂ ਗੋਪੀਆ ਵਾ, ਜਿਵੇਂ ਪਾਣੀ ਵਾਲੀਆਂ ਮਲਟੀਆਂ ਸੀ, ਕੋਲੀਆਂ ਪਾ ਕੇ ਕਰਦੇ ਸਾਡੇ ਬਜ਼ੁਰਗ ਕਰਦੇ ਸੀ, ਨਿਰਮਲੇ ਮਹਾਂਪੁਰਖ ਕਰਦੇ ਸੀ, ਨਿਹੰਗ ਸਿੰਘ ਕਰਦੇ ਸੀ, ਉਹ ਸਾਡੇ ਕੋਲ ਅਲੋਪ ਹੋ ਚੁੱਕੇ ਜਾ ਚੁੱਕੇ ਨੇ। ਅਕਸਰ ਵੇਖਿਆ ਜਾਂਦਾ ਕਿ ਨੌਜਵਾਨ ਜਿਹੜਾ ਵੀ ਗੁਰਮਤ ਕੈਂਪ ਦੇ ਨਾਲ ਸ਼ਸਤਰ ਅਭਿਆਸ ਵਿੱਚ ਹਿੱਸਾ ਲੈਂਦਾ, ਉਹ ਚਾਹੁੰਦਾ ਕਿ ਅੱਜ ਮੈਂ ਹੱਥ ਵਿੱਚ ਸੋਟੀ ਫੜੀ ਹੈ ਤੇ ਕੱਲ ਮੈਨੂੰ ਸੋਟੀ ਚਲਾਣੀ ਆ ਜੇ। ਕੀ ਕੋਈ ਸ਼ਸਤਰਾਂ ਦੀ ਇਹੋ ਜਿਹੀ ਮਰਿਆਦਾ ਵੀ ਹੈ, ਕੋਈ ਸਮਾਂ ਵੀ ਹੈ ਵੀ ਇੰਨੇ ਚਮੇ ਤੁਸੀਂ ਅਭਿਆਸ ਕਰੋਗੇ ਤਾਂ ਜਾ ਕੇ ਤੁਹਾਡੇ ਕੋਲ ਸ਼ਸਤਰਾਂ ਦੀ ਪ੍ਰਪੱਕਤਾ ਆਵੇਗੀ? ਬਿਲਕੁਲ ਜੀ। ਅਸੀਂ ਪਹਿਲਾਂ ਮੇਰਾ ਆਪਣਾ 87 ਦੇ ਵਿੱਚ ਸ਼ਸਤਰ ਵਿਦਿਆ ਸ਼ੁਰੂ ਕੀਤੀ ਜੀ। 6 ਮਹੀਨੇ ਲਗਾਤਾਰ ਪੈਦਰਾ ਕੀਤਾ। ਉਸ ਸਮੇਂ ਸ਼ਸਤਰ ਨਹੀਂ ਫੜਾਇਆ ਜਾਂਦਾ ਸੀ। 6 ਮਹੀਨੇ ਪ੍ਰਪੱਕਤਾ ਦੇਖੀ ਜਾਂਦੀ ਸੀ ਵੀ ਸ਼ਸਤਰ ਫੜਨ ਦੇ ਲਾਇਕ ਹੈਗਾ। ਉਸ ਤੋਂ ਬਾਅਦ ਗੱਤਕੇ ਦੀ ਸੋਟੀ ਫੜਾਈ ਜਾਂਦੀ ਸੀ। ਤੇ ਕਿਰਪਾਨ ਢਾਲ ਤੇ ਬਹੁਤ ਦੂਰ ਦੀ ਖੇਡ ਆ ਜੀ। ਅੱਜ ਸਾਡੀ ਪ੍ਰੋਬਲਮ ਕੀ ਆ, ਬੱਚਾ ਸਾਡੇ ਕੋਲ ਆਉਂਦਾ ਖਾੜੇ 'ਚ, ਦੂਜੇ ਚੌਥੇ ਨੂੰ ਕਹਿੰਦਾ ਮੈਨੂੰ ਕਿਰਪਾਨ ਫੜਾ ਦਿਓ, ਢਾਲ ਫੜਾ ਦਿਓ, ਮੈਂ ਫਰਾਈ ਕਰਨੀ, ਮੈਂ ਫਾਈਟ ਕਰਨੀ ਹੈ। ਨਹੀਂ, ਜਦੋਂ ਤਾਂ ਸਾਡਾ ਪੈਂਤਰਾ ਨਹੀਂ ਸਹੀ ਹੋਏਗਾ, ਸਾਡੀ ਸ਼ਸਤਰ ਵਿਦਿਆ ਮੁੱਢਾ ਪੈਂਤਰਾ ਜੀ, ਜਦੋਂ ਤੱਕ ਸਾਡਾ ਪੈਂਤਰਾ ਨਹੀਂ ਹੋਏਗਾ, ਸ਼ਸਤਰ ਵਿਦਿਆ ਅਭਿਆਸ ਦਾ ਕੋਈ ਫਾਇਦਾ ਨਹੀਂ। ਸ਼ਸਤਰ ਸਾਡੇ ਚਲਾਏ ਅਨਰਥ ਨੇ, ਸਾਡੇ ਸ਼ਸਤਰ ਚਲਾਏ ਬੇਕਾਰ ਨੇ, ਸ਼ਸਤਰ ਸਹੀ ਤਰੀਕੇ ਨਾਲ ਵਰਤੇ ਨਹੀਂ ਜਾਣਗੇ। ਪੁਰਾਤਨ ਸਮਾਂ ਸੀ, ਸਿੱਖਾਂ ਦੇ ਘਰ-ਬਾਰ ਘੋੜਿਆਂ ਦੀਆਂ ਕਾਠੀਆਂ ਤੇ ਹੁੰਦੇ ਸਨ। ਅੱਜ ਸਾਡੇ ਕੋਲ ਹਰ ਤਰ੍ਹਾਂ ਦੀ ਸੁੱਖ ਸਹੂਲਤ ਮੌਜੂਦ ਹੈ। ਅਸੀਂ 1 ਮਿੰਟ ਵਿੱਚ ਪੂਰੀ ਦੁਨੀਆ ਵਿੱਚ ਕੀ ਹੋ ਰਿਹਾ ਸਭ ਕੁਝ ਵੇਖ ਸਕਦੇ ਹਾਂ। ਕੀ ਕੋਈ ਸ਼ਸਤਰ ਵਿਦਿਆ ਦਾ ਇਹੋ ਜਿਹਾ ਕੋਈ ਮਾਪਦੰਡ ਵੀ ਹੈ, ਕੋਈ ਇਹੋ ਜਿਹੀ ਟ੍ਰੇਨਿੰਗ ਸੋਰਸਿਸ ਵੀ ਹੈ ਕਿ ਬੱਚਾ ਘਰ ਬੈਠ ਕੇ ਸ਼ਸਤਰ ਵਿਦਿਆ ਲੈ ਸਕਦਾ ਹੈ, ਜਾਂ ਫਿਰ ਕਿਤੇ ਨਾ ਕਿਤੇ ਉਹਨੂੰ ਕਿਤੇ ਅਖਾੜੇ ਦੇ ਵਿੱਚ, ਕਿਤੇ ਕੈਂਪ ਦੇ ਵਿੱਚ, ਕਿਤੇ ਉਸਤਾਦ ਧਾਰਨ ਕਰਨਾ ਪਏਗਾ? ਇੰਟਰਨੈਟ ਦਾ ਯੁੱਗ ਹੈ ਜੀ। ਬੱਚੇ ਵੇਖ ਕੇ ਕੋਸ਼ਿਸ਼ ਕਰਦੇ ਸ਼ਸਤਰ ਵਿਦਿਆ ਸਿੱਖ ਲਈਏ, ਪਰ ਜਿਹੜੀ ਸ਼ਸਤਰ ਵਿਦਿਆ ਉਹ ਖਾੜਿਆਂ ਅੰਦਰ ਹੀ ਆ ਸਕਦੀ ਜੀ। ਜਦੋਂ ਅਸੀਂ ਪੈਂਤਰਾ ਕਰਾਂਗੇ, ਖਾੜੇ ਅੰਦਰ ਆ ਕੇ ਮਿਹਨਤ ਕਰਾਂਗੇ, ਖਾੜੇ ਅੰਦਰ ਆ ਕੇ ਪਸੀਨਾ ਵਹਾਵਾਂਗੇ ਆਪਣਾ, ਖਾੜੇ ਅੰਦਰ ਆ ਕੇ ਸ਼ਸਤਰ ਫੜਾ ਉਸਤਾਦ ਦੀ ਇਜਾਜ਼ਤ ਲਵਾਂਗੇ, ਸ਼ਸਤਰ ਵਰਤਣੀ ਜਾ ਜਾਏਗੀ। ਯਾਨੀ ਇੱਕ ਮਰਿਆਦਾ ਵਿੱਚ ਇੱਕ ਮਰਿਆਦਾ ਬੱਜੀ ਆਪਾਂ ਅਰਦਾਸ ਕਰਕੇ ਕੰਮ ਕਾਰਜ ਕਰਾਂਗੇ ਤੇ ਫਿਰ ਕਾਰਜ ਹੋਣਗੇ। ਜੇ ਅਸੀਂ ਕੱਲੀ ਨੈੱਟ ਤੇ ਵੇਖ ਕੇ ਸ਼ਸਤਰ ਵਿਦਿਆ ਸਿੱਖ ਲਈਏ, ਇਹ ਪੋਸੀਬਲ ਹੈ ਜੀ। ਇੱਕ ਬੜਾ ਵੱਡਾ ਇੱਕ ਪਿੱਛੇ ਇਸ਼ੂ ਵੀ ਰਿਹਾ। ਤੁਸੀਂ ਲੰਬੇ ਸਮੇਂ ਤੋਂ ਕਾਰਜ ਕਰ ਰਹੇ ਹੋ ਗੱਤਕੇ ਬਾਰੇ, ਸ਼ਸਤਰ ਵਿਦਿਆ ਬਾਰੇ। ਤੁਸੀਂ ਗੱਤਕਾ ਨਾਮ ਰਜਿਸਟਰਡ ਕਰਵਾ ਲਿਆ। ਮੈਂ ਚਾਹਾਂਗਾ ਥੋੜ੍ਹਾ ਉਹਦੇ ਬਾਰੇ ਦੱਸੋ, ਕੀ ਲੋੜ ਪੈ ਗਈ ਸਾਨੂੰ ਗੱਤਕਾ ਨਾਮ ਰਜਿਸਟਰਡ ਕਰਾਉਣ ਦੀ? ਅੱਜ ਮੌਜੂਦਾ ਸਮੇਂ ਗੱਤਕੇ ਦਾ ਕੀ ਰੋਲ ਹੈ ਤੇ ਉਹ ਪੂਰੀ ਜ਼ਿੰਮੇਵਾਰੀ ਕਿਹਦੇ ਕੋਲ ਹੈ? ਗੱਤਕਾ ਨਾਮ ਰਜਿਸਟਰ ਕਰਾਉਣ ਦਾ ਕੋਈ ਗਲਤ ਮਕਸਦ ਨਹੀਂ ਸੀ ਜੀ। ਇਸ ਤੋਂ ਪਹਿਲਾਂ ਅਖਾੜਾ ਸ਼ਬਦ ਗੈਰ ਪੰਥਕ ਜਥੇਬੰਦੀਆਂ ਰਜਿਸਟਰਡ ਕਰਾ ਚੁੱਕੀਆਂ ਨੇ। ਜੋ ਸਾਨੂੰ ਪਤਾ ਲੱਗਾ ਅਖਾੜਾ ਸ਼ਬਦ ਰਜਿਸਟਰਡ ਹੋ ਚੁੱਕਾ ਹੈ, ਤਾਂ ਅਸੀਂ ਲੋਕ ਸਾਰੇ ਅਖਾੜੇ ਵਰਤ ਰਹੇ, ਨਾਮ ਵਰਤ ਰਹੇ ਅਖਾੜੇ ਦਾ, ਜਿਵੇਂ ਰਣਜੀਤ ਅਖਾੜਾ, ਰਾਜ ਕਰੇਗਾ ਗੱਤਕਾ ਅਖਾੜਾ, ਜਾਂ ਕਾਲਪੁਰੀ ਫੌਜ ਗੱਤਕਾ ਅਖਾੜਾ, ਦਸ਼ਮੇਸ਼ ਗੱਤਕਾ ਅਖਾੜਾ, ਕਲਗੀਧਰ ਗੱਤਕਾ ਅਖਾੜਾ, ਕਾਫੀ ਨਾਮ ਅਸੀਂ ਅਖਾੜੇ ਨਾਲ ਵਰਤਦੇ ਹਾਂ ਜੀ। ਤੇ ਇਸ ਤੋਂ ਇਲਾਵਾ ਅੱਜ ਤੋਂ ਤਕਰੀਬਨ 3 ਸਾਲ ਪਹਿਲਾਂ ਦਿੱਲੀ ਤੋਂ ਇੱਕ ਸ਼ਖਸ ਸੀ, ਉਹਨੇ ਗੱਤਕੇ ਨੂੰ ਸ਼ਬਦ ਨੂੰ ਰਜਿਸਟਰ ਕਰਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਸਾਡੇ ਵੱਲੋਂ ਵਿਰੋਧ ਹੋਇਆ, ਉਹ ਪਿੱਛੇ ਹਟ ਗਏ, ਕੰਮ ਖਤਮ ਹੋ ਗਈ, ਗੱਲ ਖਤਮ ਹੋ ਗਈ। 2 ਸਾਲ ਪਹਿਲਾਂ ਸਾਡੇ ਦਿੱਲੀ ਤੋਂ ਭਾਈ ਜੋਰਾਵਰ ਸਿੰਘ ਨੇ, ਉਹਨਾਂ ਨੂੰ ਪਤਾ ਲੱਗਾ ਵੀ ਗੱਤਕਾ ਸ਼ਬਦ ਰਜਿਸਟਰਡ ਹੋ ਰਿਹਾ ਤੇ ਕਿਸੇ ਹੋਟਲ 5 ਸਟਾਰ ਹੋਟਲ 'ਚ ਮੀਟਿੰਗ ਹੋ ਰਹੀ ਹੈ, ਜਿੱਥੇ ਸੈਂਕੜੇ ਕਰੋੜਾਂ ਦੀ ਗੱਲ ਹੋ ਰਹੀ ਹੈ। ਗੱਤਕਾ ਰਜਿਸਟਰ ਕਰਾਉਣ ਤੋਂ ਬਾਅਦ ਸਾਰੇ ਗੈਰ ਸਿੱਖ ਸਨ, ਕੋਈ ਸਿੱਖ ਨਹੀਂ ਸੀ। ਤਾਂ ਭਾਈ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਭਾਈ ਸਾਹਿਬ ਕੁਛ ਕਰੋ, ਤੇ ਮੈਂ ਉੱਧਰੋਂ ਰੋਕਦਾ, ਤੁਸੀਂ ਇੱਧਰੋਂ ਕੁਛ ਕਰੋ। ਉਸ ਤੋਂ ਉਪਰੰਤ ਅਸੀਂ ਸਾਰੇ ਗੱਤਕੇ ਅਖਾੜੇ ਜਿਹੜੇ ਮੇਨ ਮੁਖੀ ਸੀ, ਉਹਨਾਂ ਨੇ ਸਾਈਨ ਕਰਾਏ ਤੇ ਜਥੇਦਾਰ ਸਾਹਿਬ ਨੂੰ ਚਿੱਠੀ ਦਿੱਤੀ, ਅਕਾਲ ਤਖ਼ਤ ਸਾਹਿਬ ਨੂੰ, ਵੀ ਸਿੰਘ ਸਾਹਿਬ ਜੀ ਦੇ ਬਾਰੇ ਕੁਛ ਕੀਤਾ ਜਾਵੇ। ਉਸ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਸਬ ਕਮੇਟੀ ਬਣਾਈ ਗਈ, ਜਿਹਦੇ 'ਚ ਦਾਸ ਨੂੰ ਪਾਇਆ ਗਿਆ, ਹੋਰ ਸਿੰਘਾਂ ਨੂੰ ਪਾਇਆ ਗਿਆ ਜੀ। ਉਹ ਸਿੰਘਾਂ ਨੇ ਅਧਿਕਾਰ ਦਿੱਤੇ ਵੀ ਗੱਤਕਾ ਸ਼ਬਦ ਇੱਕੋ ਨਾਲ ਰਜਿਸਟਰ ਹੋ ਗਏ, ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਦਿੱਤੇ ਜਾਣ। ਉਸ ਤੋਂ ਬਾਅਦ ਗੱਤਕਾ ਸ਼ਬਦ ਰਜਿਸਟਰਡ ਹੋ ਗਿਆ ਦਾਸ ਦੇ ਨਾਮ ਤੋਂ ਉੱਤੇ, ਪਰ ਜਿਹੜੇ ਸਾਰੇ ਅਧਿਕਾਰ ਸੀ ਐਫੀਡੇਵਿਟ ਸਰਕਾਰੀ ਕਾਗਜ਼ ਲਾ ਕੇ ਸਾਰੇ ਸਿੰਘਾਂ ਦੇ ਸਾਈਨ ਕਰਾ ਕੇ, ਉਹ ਜਿਹੜਾ ਅਧਿਕਾਰ ਤੇ ਸਰਟੀਫਿਕੇਟ ਤੇ ਚਿੱਠੀਆਂ ਸੀ, ਐਸਜੀਪੀਸੀ ਨੇ ਪੂਰੀ ਫਾਈਲ 9 ਜੁਲਾਈ ਨੂੰ ਮੇਰੀ ਪੀੜ੍ਹੀ ਦਿਵਸ ਵਾਲੇ ਦਿਨ ਸਿੰਘ ਸਾਹਿਬ ਯਾਨੀ ਹਰਪ੍ਰੀਤ ਸਿੰਘ ਜੀ ਤੇ ਪ੍ਰਧਾਨ ਸਾਹਿਬ ਸਰਦਾਰ ਹਰਜਨ ਸਿੰਘ ਧਾਮੀ ਜੀ ਨੂੰ ਸੌਂਪ ਦਿੱਤੀ ਗਈ ਹੈ ਜੀ। ਜਦੋਂ ਅਸੀਂ ਸਿੱਖ ਸੋਰਸਿਸ ਪੜ੍ਹਦੇ ਹਾਂ, ਪੂਰੇ ਸਿੱਖ ਸਾਹਿਤ ਵਿੱਚ ਗੱਤਕਾ ਸ਼ਬਦ ਨਹੀਂ ਵਰਤਿਆ ਗਿਆ, ਜਿੱਥੇ ਤੱਕ ਕਿ ਮੈਨੂੰ ਜਾਣਕਾਰੀ ਹੈ। ਸ਼ਸਤਰ ਅਭਿਆਸ ਦੀ ਗੱਲ ਆਉਂਦੀ ਹੈ, ਸ਼ਸਤਰ ਵਿਦਿਆ ਦੀ ਗੱਲ ਆਉਂਦੀ ਹੈ, ਫਿਰ ਗੱਤਕੇ ਸ਼ਬਦ ਨੂੰ ਇੰਨੀ ਪ੍ਰਧਾਨਤਾ ਕਿਉਂ? ਗੱਤਕਾ ਸ਼ਬਦ ਤੁਸੀਂ ਮਾਨਕੋਸ਼ ਪੜ੍ਹੋ, ਭਾਈ ਕਾਹਨ ਸਿੰਘ ਨਾਭਾ ਦਾ, ਗੱਤਕਾ ਸ਼ਬਦ ਦੀ ਵਰਤੋਂ ਆਈ ਹੈ। ਗੱਤਕੇ ਨੂੰ ਕਈ ਨਾਵਾਂ ਨਾਲ ਪੁਕਾਰਿਆ ਜਾਂਦਾ, ਕੁੱਤਕੇਬਾਜੀ ਵੀ ਕਿਹਾ ਜਾਂਦਾ, ਖੁੱਤਕੇਬਾਜੀ ਵੀ ਕਿਹਾ ਜਾਂਦਾ, ਇਕੰਗੀ ਵੀ ਕਿਹਾ ਜਾਂਦਾ। ਅਸੀਂ ਜੋ ਸਿੱਖਦੇ ਹਾਂ ਉਹ ਇਕੰਗੀ ਕਿਹਾ ਜਾਂਦਾ ਸੀ ਗੱਤਕੇ ਨੂੰ। ਫਿਰ ਲਗਦਰਬਾਜੀ ਕਿਹਾ ਜਾਂਦਾ, ਮੁਦਗਰਬਾਜੀ ਕਿਹਾ ਜਾਂਦਾ, ਲਗੜਬਾਜੀ ਵੀ ਕਿਹਾ ਜਾਂਦਾ। ਫਿਰ ਗੱਤਕਾ ਸ਼ਬਦ ਹੋਂਦ ਵਿੱਚ ਕਿਵੇਂ ਆਇਆ? ਗੱਤਕਾ ਸ਼ਬਦ ਉਦੋਂ ਹੋ ਗਿਆ, ਗੱਤਕਾ ਇੱਕ ਸੋਟੀ ਨੂੰ ਕਿਹਾ ਗਿਆ, ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ। ਗੱਤਕਾ ਸਿੰਗਲ ਸੋਟੀ ਨੂੰ ਕਿਹਾ ਜਿਹੜੀ 39 ਇੰਚ ਲੰਬੀ ਹੁੰਦੀ ਹੈ, ਉਸ ਨੂੰ ਗੱਤਕਾ ਕਿਹਾ ਗਿਆ। ਅਸੀਂ ਸੌਖਾ ਨਾਮ ਰੱਖਣ ਲਈ ਸਾਰੀ ਸਿੱਖ ਸ਼ਸਤਰ ਵਿਦਿਆ ਨੂੰ ਗੱਤਕਾ ਕਹਿਣਾ ਸ਼ੁਰੂ ਕਰ ਦਿੱਤਾ। ਜੇਕਰ ਵੇਖਿਆ ਜਾਵੇ ਮੌਜੂਦਾ ਸਮੇਂ ਨੌਜਵਾਨਾਂ ਦਾ ਪੱਖ ਰੱਖਿਆ ਜਾਵੇ, ਨੌਜਵਾਨ ਤੁਹਾਡੇ ਕੋਲ ਅਖਾੜੇ ਦੇ ਵਿੱਚ ਆਉਂਦਾ ਹੈ,
ਗੱਤਕਾ ਸ਼ਸਤਰ ਵਿੱਦਿਆ ਟ੍ਰੇਨਿੰਗ ਲੈਂਦਾ ਹੈ ਤੇ ਬਾਅਦ ਵਿੱਚ ਜਦੋਂ ਉਹ ਅਭਿਆਸ ਕਰਦਾ ਸੰਗਤ ਵਿੱਚ ਗੱਤਕੇ ਕੈਂਪਾਂ ਦੇ ਵਿੱਚ ਅਭਿਆਸ ਕਰਦਾ ਹੈ, ਉਹ ਕਿਤੇ ਨਾ ਕਿਤੇ ਰੂਪਰੇਖਾ ਬਦਲੀ ਹੁੰਦੀ ਹੈ। ਇੱਕ ਅਖਾੜੇ ਦੀ ਮਰਿਆਦਾ ਵੱਖਰੀ ਹੈ, ਦੂਸਰੇ ਅਖਾੜੇ ਦੀ ਮਰਿਆਦਾ ਵੱਖਰੀ ਹੈ। ਕੀ ਕੋਈ ਇਹੋ ਜਿਹਾ ਮਾਪਦੰਡ ਵੀ ਹੈ ਗੱਤਕਾ ਖੇਡਣ ਵਾਸਤੇ, ਸੋਟੀ ਚਲਾਉਣ ਵਾਸਤੇ, ਨੇਜਾ ਚਲਾਉਣ ਵਾਸਤੇ, ਕਿਰਪਾਨ ਚਲਾਉਣ ਵਾਸਤੇ ਮਰਿਆਦਾ ਇੱਕ ਹੋਵੇ, ਲੈਸਨ ਇੱਕ ਹੋਵੇ, ਪਾਠ ਇੱਕ ਹੋਵੇ? ਦਸਮ ਮਰਿਆਦਾ ਇੱਕੋ ਸੀ ਜੀ। ਕੁਛ ਜਿਹੜੀ ਮਰਿਆਦਾ ਸੀਨਾ ਬਸੀਨਾ ਚੱਲੀ ਆ ਰਹੀ ਹੈ ਜੀ, ਕੋਈ ਲਿਖਤੀ ਰਵਾਇਤਾਂ ਸਾਨੂੰ ਨਹੀਂ ਮਿਲਦੀਆਂ। ਬਾਬਾ ਸੰਤਾ ਸਿੰਘ ਜੀ ਬੁੱਢਾ ਦਲ ਦੇ ਮੁਖੀ ਹੋਏ ਨੇ, ਉਹਨਾਂ ਦੀ ਬੁੱਕ ਇੱਕ ਮਿਲਦੀ ਹੈ ਪੁਰਾਤਨ ਸਾਨੂੰ। ਇਸ ਤੋਂ ਇਲਾਵਾ ਗੱਤਕਾ ਸ਼ਬਦ ਨਿਹੰਗ ਸਿੰਘਾਂ ਵੱਲੋਂ ਅਲੱਗ ਮਰਿਆਦਾ ਚੱਲਦੀ ਰਹੀ, ਜਿਹੜੀ ਅਸਲੀ ਵਿੱਦਿਆ ਸੀ। ਉਸ ਤੋਂ ਬਾਅਦ ਜਦੋਂ ਪੰਥ ਨੂੰ ਕਿੰਨਾ ਮੁਸ਼ਕਲਾਂ ਦਰਪੇਸ਼ ਆਈਆਂ, ਪੰਥ ਖਿੰਡ ਗਿਆ, ਨਿਰਮਲੇ ਮਹਾਂਪੁਰਖਾਂ ਨੇ ਇਹ ਵਿੱਦਿਆ ਸੰਭਾਲ ਲਈ, ਜਿਨ੍ਹਾਂ ਪੀੜ੍ਹੀ ਤੋਂ ਪੀੜ੍ਹੀ ਚੱਲੀ ਆ ਰਹੀ। ਵਿੱਦਿਆ ਕੋਈ ਖਾਸ ਵਖਰੇਵਾ ਨਹੀਂ, ਕੁਛ ਨਿਰਮਲੇ ਮਹਾਂਪੁਰਖਾਂ ਨੂੰ ਆਉਂਦੀ ਰਹੀ ਹੈ ਤੇ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਉਂਦੀ ਰਹੀ ਹੈ। ਕੁਛ ਜਿਹੜੇ ਬਜ਼ੁਰਗ ਸਾਡੇ ਉਹਨਾਂ ਵੱਲੋਂ ਆਉਂਦੀ ਰਹੀ। ਹਲਕਾ ਫੁਲਕਾ ਫਰਕ ਪੈ ਸਕਦਾ, ਕਿੰਨਾ ਪੈਂਤਰੇ ਹੀ ਫਰਕ ਪੈ ਸਕਦਾ, ਖੇਡਾਂ ਹੀ ਫਰਕ ਪੈ ਸਕਦਾ, ਬਾਕੀ ਗੇਮ ਦਾ ਕੋਈ ਫਰਕ ਨਹੀਂ ਹੈਗਾ ਜ਼ਿਆਦਾ। ਗਿਆਨੀ ਪਰਮਿੰਦਰ ਸਿੰਘ, ਤੁਸੀਂ ਲੰਬੇ ਸਮੇਂ ਤੋਂ ਸੰਗਤ 'ਚ ਵਿਚਰ ਰਹੇ ਹੋ। ਅਸੀਂ ਪੁਰਾਤਨ ਸਮਾਂ ਜਦੋਂ ਪੜ੍ਹਦੇ ਹਾਂ, ਪੁਰਾਤਨ ਸਮਾਂ ਇਤਿਹਾਸਕ ਸਰੋਤਾਂ ਅਨੁਸਾਰ ਵੇਖਦੇ ਹਾਂ, ਮਾਤਾ ਪਿਤਾ ਬੱਚੇ ਨੂੰ ਥੋੜ੍ਹੀ ਜਿਹੀ ਹੋਸ਼ ਸੰਭਲ ਸੀ ਤੇ ਬੱਚੇ ਦੇ ਹੱਥ ਵਿੱਚ ਸੋਟੀ ਤੇ ਕਿਰਪਾਨ ਫੜਾਉਂਦੇ ਸੀਗੇ ਤਾਂ ਜੋ ਸਾਡਾ ਬੱਚਾ ਸ਼ਸਤਰ ਅਭਿਆਸ ਕਰ ਸਕੇ, ਸਾਡਾ ਬੱਚਾ ਸ਼ਸਤਰ ਵਿੱਦਿਆ ਲੈ ਸਕੇ। ਮੌਜੂਦਾ ਸਮੇਂ ਅੱਜ ਮਾਤਾ ਪਿਤਾ ਦੂਰੀ ਬਣਾ ਬੈਠੇ ਨੇ ਸ਼ਸਤਰ ਵਿੱਦਿਆ ਤੋਂ। ਕਾਰਨ? ਮਾਤਾ ਪਿਤਾ ਅੱਜ ਗੁਰਮਤ ਤੋਂ ਹੀ ਦੂਰ ਜਾ ਰਹੇ ਨੇ। ਕਾਰਨ ਸਭ ਤੋਂ ਵੱਡਾ ਇਹ ਹੈ ਵੀ ਜਦੋਂ ਆਪਾਂ ਗੁਰਦੁਆਰੇ ਹੀ ਨਹੀਂ ਜਾਣਾ, ਗੁਰਮਤ ਵਾਲੇ ਪਾਸੇ ਹੀ ਨਹੀਂ ਜਾਣਾ, ਤੇ ਬੱਚਿਆਂ ਨੂੰ ਫਿਰ ਆਪਾਂ ਸਿੱਖੀ ਕਿੱਥੋਂ ਦਿਆਂਗੇ? ਤੁਸੀਂ ਗੱਤਕੇ ਤੇ ਸੋਟੀ ਦੀ ਕਿਰਪਾਨ ਦੀ ਗੱਲ ਕੀਤੀ ਹੈ। ਮਾਤਾ ਪਿਤਾ ਬੱਚਿਆਂ ਨੂੰ ਅੱਜ ਗੁਰਬਾਣੀ ਹੀ ਨਹੀਂ ਦੇ ਰਹੇ। ਪਹਿਲਾਂ ਜਪਜੀ ਸਾਹਿਬ ਦਾ ਪਾਠ ਮਾਂ ਆਪ ਪੜ੍ਹਦੀ ਸੀ, ਬੱਚੇ ਨੂੰ ਉਹਨੇ ਗੋਦ ਵਿੱਚ ਲਿਆ ਹੁੰਦਾ ਸੀ ਤੇ ਉਹ ਪਾਠ ਸੁਣ ਕੇ ਹੀ ਬੱਚਾ ਸਿੱਖ ਜਾਂਦਾ ਸੀ। ਅਸਲ ਦੇ ਵਿੱਚ ਅੱਜ ਜਿਵੇਂ ਜਿਵੇਂ ਸਾਡੇ ਕੋਲ ਪੈਸਾ ਆਇਆ ਨਾ, ਜਿਵੇਂ ਜਿਵੇਂ ਸੁੱਖ ਸੁਵਿਧਾਵਾਂ ਵਧੀਆਂ, ਉੱਦਾਂ ਅਸੀਂ ਆਧੁਨਿਕ ਯੁੱਗ ਵੱਲ ਵੱਧ ਰਹੇ ਹਾਂ ਤੇ ਕਿਤੇ ਕਿਤੇ ਸਾਡੀ ਪੁਰਾਤਨਤਾ ਖਤਮ ਹੋ ਰਹੀ ਹੈ। ਪੁਰਾਤਨਤਾ ਖਤਮ ਹੋ ਰਹੀ ਹੈ। ਇਹ ਕਾਰਨ ਆ ਸਭ ਤੋਂ ਵੱਡਾ। ਟੀਵੀ, ਮੋਬਾਈਲ, ਇਹ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਦਿਨੋਂ ਦਿਨ ਗੁਰਮਤ ਤੋਂ ਦੂਰ ਹੋ ਰਹੇ ਹਾਂ। ਉਹਦੇ ਵਿੱਚ ਹੀ ਇਹ ਸਾਡਾ ਹਿੱਸਾ। ਇਹ ਵੀ ਤੁਸੀਂ ਲੰਬੇ ਸਮੇਂ ਤੋਂ ਬਾਣਾ ਪਾਇਆ ਹੋਇਆ ਹੈ ਤੇ ਬਾਣੇ ਦੇ ਵਿੱਚ ਹੀ ਤੁਸੀਂ ਵਿਚਰਦੇ ਹੋ। ਕੋਈ ਸਮਾਂ ਸੀ ਜਦੋਂ ਕਿਤੇ ਕੋਈ ਬਾਣੇ ਵਾਲਾ ਸਿੰਘ ਸਫ਼ਰ ਕਰਦਾ ਸੀ ਤੇ ਯਾਤਰੀ ਆਪਣੇ ਆਪ ਨੂੰ ਮਹਿਬੂਬ ਸਮਝਦੇ ਸੀਗੇ। ਕੀ ਅੱਜ ਦੇ ਸਮੇਂ ਦੇ ਵਿੱਚ ਸ਼ਸਤਰ ਧਾਰਨ ਕਰਕੇ ਸਫ਼ਰ ਕਰਨਾ ਜਾਂ ਸ਼ਸਤਰਾਂ ਨੂੰ ਅੰਗ ਸੰਗ ਰੱਖਣਾ ਆਧੁਨਿਕ ਯੁੱਗ ਵਿੱਚ ਤੁਸੀਂ ਕਿਵੇਂ ਵੇਖਦੇ ਹੋ? ਸ਼ਸਤਰਾਂ ਨੂੰ ਅੰਗ ਸੰਗ ਰੱਖਣ ਦਾ ਹੁਕਮ ਤੇ ਗੁਰੂ ਸਾਹਿਬ ਵੱਲੋਂ ਹੈ। ਭਾਈ ਨੰਦ ਲਾਲ ਜੀ ਗੁਰੂ ਸਾਹਿਬ ਦੇ ਹੁਕਮਾਂ ਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਲਿਖਦੇ ਨੇ, ਸ਼ਸਤਰ ਵਿੱਦਿਆ ਸਿੱਖੀ ਨਹੀਂ, ਨਾ ਤੁਰੰਗ ਦੀ ਸਵਾਰੀ, ਸਿੱਖੀ ਦੀ ਨਾ ਰਹਿਤ ਕਮਾਈ, ਤਨਖਾਹੀਆ ਹੈ ਭਾਰੀ। ਕੀ ਬਾਤ ਹੈ। ਵੀ ਜਿਹੜਾ ਸਿੰਘ ਨੇ ਸ਼ਸਤਰ ਵਿੱਦਿਆ ਸਿੱਖੀ, ਘੋੜੇ ਦੀ ਸਵਾਰੀ ਨਹੀਂ ਕੀਤੀ, ਸਿੱਖੀ ਰਹਿਤ ਨਹੀਂ ਕਮਾਈ, ਬਾਣੀ ਨਹੀਂ ਪੜ੍ਹੀ, ਉਹ ਤਨਖਾਹੀਆ ਹੈ, ਉਹ ਬਦਾਵੀਆ ਵਾ। ਅੱਜ ਜਿਹੜਾ ਸਿੱਖ ਸ਼ਸਤਰ ਵਿੱਦਿਆ ਨਹੀਂ ਸਿੱਖਦਾ, ਬਾਣੀ ਨਹੀਂ ਪੜ੍ਹਦਾ, ਉਹ ਅੱਜ ਵੀ ਬਦਾਵੀ ਹੈ, ਉਹ ਬਦਾਵੇ ਯੋਗ ਹੈ। ਪਰ ਅਸੀਂ ਮੰਨਣ ਨੂੰ ਤਿਆਰ ਨਹੀਂ। ਅਸੀਂ ਗੁਰੂ ਸਾਹਿਬ ਦੀ ਗੱਲ ਗੁਰੂ ਸਾਹਿਬ ਨੇ ਮੰਨਦੇ ਹਾਂ, ਪਰ ਗੁਰੂ ਸਾਹਿਬ ਦੀ ਨਹੀਂ ਮੰਨਦੇ। ਸ਼ਸਤਰ ਵਿੱਦਿਆ ਸਾਡਾ ਸਰੀਰ ਦਾ ਅੰਗ ਹੈ, ਸ਼ਸਤਰ ਸਾਡੇ ਸਰੀਰ ਦੇ ਗਹਿਣੇ ਨੇ। ਸੰਤ ਸਿਪਾਹੀ ਦਾ ਸਾਡਾ ਸਿਧਾਂਤ ਹੈ, ਗਿਆਨ ਖੜਗ ਸਰਬਲੋਈ ਖੜਗ, ਇਹ ਸਾਡੀ ਕੌਮ ਦਾ ਅੰਗ ਹੈ। ਬਾਣੀ ਬਾਣਾ ਸਾਡਾ ਅੰਗ ਹੈ, ਭਗਤੀ ਸ਼ਕਤੀ ਸਾਡਾ ਅੰਗ ਹੈ। ਅਸੀਂ ਤਿਆਗਤਾ, ਇੱਕ ਪਾਸਾ ਤਿਆਗਤਾ, ਸਿਪਾਹੀ ਪੁਣਾ ਤਿਆਗਤਾ, ਖੜਗ ਪੁਣਾ ਤਿਆਗਤਾ, ਭਗਤੀ ਦਾ ਪੱਖ ਤਿਆਗਤਾ, ਬਾਣਿਆ ਪੱਖ ਤਿਆਗਤਾ। ਜਦੋਂ ਅਸੀਂ ਸਫ਼ਰ ਕਰਦੇ ਹਾਂ, ਅਸੀਂ ਕਿਤਾ ਯਾਤਰਾ ਜਾਂਦੇ ਹਾਂ ਜਾਂ ਕਿਤੇ ਹੋਰ ਜਾਂਦੇ ਹਾਂ, ਜਦੋਂ ਸਾਡੇ ਕੋਲ ਸ਼ਸਤਰ ਨਹੀਂ ਹੁੰਦੇ ਜਾਂ ਅਸੀਂ ਬਾਣਾ ਨਹੀਂ ਪਾਇਆ ਹੁੰਦਾ, ਅਸੀਂ ਆਪਣੀ ਰਵਾਇਤ ਤੋਂ ਪਿੱਛੇ ਹਟ ਗਏ ਹਾਂ, ਤੇ ਫਿਰ ਨੈਚੁਰਲੀ ਗੱਲ ਹੈ, ਕੁਦਰਤੀ ਗੱਲ ਹੈ ਵੀ ਸਾਨੂੰ ਮਾਰ ਪਏਗੀ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਇਹ ਗੱਲ ਮੈਂ ਤੁਹਾਨੂੰ ਹੋਰ ਪੁੱਛਣਾ ਚਾਹੁੰਦਾ, ਜਦੋਂ ਅਸੀਂ ਅੱਜ ਸ਼ਸਤਰ ਅਭਿਆਸ ਦੀ ਗੱਲ ਕਰਦੇ ਹਾਂ, ਸ਼ਸਤਰ ਵਿੱਦਿਆ ਦੀ ਗੱਲ ਕਰਦੇ ਹਾਂ, ਕਿਤੇ ਨਾ ਕਿਤੇ ਵੇਖਿਆ ਜਾਂਦਾ ਹੈ ਕਿ ਸ਼ਸਤਰ ਵਿੱਦਿਆ ਦੇ ਨਾਲ ਨਾਲ ਆਧੁਨਿਕ ਯੁੱਗ ਦੇ ਵਿੱਚ ਜਿਹੜੀਆਂ ਵਿੱਦਿਆ ਗ੍ਰਹਿਣ ਕੀਤੀਆਂ ਜਾ ਰਹੀਆਂ ਨੇ ਪੇਰੈਂਟਸ ਦੇ ਵੱਲੋਂ ਬੱਚਿਆਂ ਦਿੱਤੀਆਂ ਜਾ ਰਹੀਆਂ ਨੇ, ਸ਼ਸਤਰ ਵਿੱਦਿਆ ਨੂੰ ਪਿੱਛੇ ਕਰ ਦਿੱਤਾ ਗਿਆ, ਪੁਰਾਤਨਤਾ ਨੂੰ ਪਿੱਛੇ ਕਰ ਦਿੱਤਾ ਗਿਆ। ਕਿਤੇ ਇਹ ਤਾਂ ਨਹੀਂਗਾ ਕਿ ਸ਼ਸਤਰ ਵਿੱਦਿਆ ਨੂੰ ਪੁਰਾਤਨਤਾ ਨਾਲ ਜੋੜ ਕੇ ਪਿੱਛੇ ਕਰ ਦਿੱਤਾ ਮਾਤਾ ਪਿਤਾ ਵੱਲੋਂ? ਬਿਲਕੁਲ ਜੀ, ਤਕਰੀਬਨ ਕੀ ਹੋ ਰਿਹਾ, ਕਈ ਵਿਦਵਾਨ ਜਿਹੜੇ ਅੱਜ ਕੱਲ੍ਹ ਆਪਣੀ ਸਮਝ ਜ਼ਿਆਦਾ ਰੱਖਦੇ ਨੇ, ਉਹ ਕਈ ਵਾਰ ਕਹਿੰਦੇ ਵੀ ਇਹ ਗੁਰੂ ਸਾਹਿਬ ਦੇ ਟਾਈਮ ਦੀ ਵਿੱਦਿਆ ਸੀ, ਅਜੋਕੇ ਯੁੱਗ ਦੀ ਵਿੱਦਿਆ ਨਹੀਂ। ਅਜੋਕਾ ਯੁੱਗ ਬੰਦੂਕ ਕਲਚਰ ਆ ਗਿਆ ਜੀ, ਆਧੁਨਿਕ ਹਥਿਆਰ ਆ ਗਏ ਜੀ। ਪਰ ਨਹੀਂ, ਸ਼ਸਤਰ ਕਦੀ ਵਿੱਦਿਆ ਕਦੀ ਪ੍ਰਾਪਤ ਨਹੀਂ ਹੁੰਦੀ, ਸ਼ਸਤਰ ਕਦੀ ਪ੍ਰਾਪਤ ਨਹੀਂ ਹੋ ਸਕਦੇ। ਜੇ ਅਮਰੀਕਾ ਦੀ ਜੰਗ ਅਫਗਾਨਿਸਤਾਨ 'ਚ ਹੋਈ ਯਾਰ, ਘੋੜਿਆਂ ਚੜ੍ਹ ਕੇ ਅਮਰੀਕਨ ਫੌਜਾਂ ਨੂੰ ਜਾਣਾ ਪਿਆ, ਉੱਥੇ ਜਗ੍ਹਾ ਜਾਣਾ ਪਿਆ ਜਿੱਥੇ ਪਹਾੜਾਂ ਕੰਦਰਾਂ 'ਚ ਜਿੱਥੇ ਗੱਡੀ ਨਹੀਂ ਜਾ ਸਕਦੀ, ਜਿੱਥੇ ਵੈਪਨ ਨਹੀਂ ਜਾ ਸਕਦੇ। ਸ਼ਸਤਰ ਵਿੱਦਿਆ ਕਦੀ ਪ੍ਰਾਪਤ ਨਹੀਂ ਹੋ ਸਕਦੀ ਜੀ। ਸ਼ਸਤਰ ਵਿੱਦਿਆ ਹਮੇਸ਼ਾ ਪਹਿਲੋਂ ਵੀ ਵਿਰਾਸਤੀ ਰੂਪ ਵਿੱਚ ਸਾਡੇ ਕੋਲ ਸੀ, ਸਾਡਾ ਸੱਭਿਆਚਾਰ ਸੀ, ਅੱਗੋਂ ਅੱਜ ਵੀ ਹੈ ਤੇ ਭਵਿੱਖ ਵਿੱਚ ਵੀ ਸਾਡੀ ਸੱਭਿਆਚਾਰ ਸਾਡੇ ਕੋਲ ਰਹੇਗਾ। ਜਦੋਂ ਅਸੀਂ ਸ਼ਸਤਰ ਵਿੱਦਿਆ ਤਿਆਗ ਕਰਾਂਗੇ, ਉਦੋਂ ਅਸੀਂ ਮਾਰ ਖਾਵਾਂਗੇ, ਦਾਦਰ ਠੋਕਰਾਂ ਖਾਵਾਂਗੇ। ਤੁਸੀਂ ਲੰਬੇ ਸਮੇਂ ਤੋਂ ਗੱਤਕੇ ਬਾਰੇ, ਸ਼ਸਤਰ ਵਿੱਦਿਆ ਬਾਰੇ ਜੱਦੋ ਜਹਿਦ ਕਰ ਰਹੇ ਹੋ ਕਿ ਵੱਡੇ ਪੱਧਰ ਤੇ ਸ਼ਸਤਰ ਵਿੱਦਿਆ ਦਾ ਪ੍ਰਚਾਰ ਹੋ ਸਕੇ। ਸਰਕਾਰਾਂ ਨੇ ਵੀ ਬੜਾ ਵੱਡਾ ਕੰਮ ਕੀਤਾ ਸ਼ਸਤਰ ਵਿੱਦਿਆ ਤੇ, ਬਕਾਇਦਾ ਉਹਨਾਂ ਦੇ ਕੈਂਪ ਲਗਾਏ ਨੇ। ਜੇਕਰ ਮੈਂ ਗੱਤਕੇ ਦੀ ਗੱਲ ਕਰਾਂ,
ਸਰਕਾਰਾਂ ਦੇ ਵੱਲੋਂ, ਪੰਜਾਬ ਸਰਕਾਰਾਂ ਦੇ ਵੱਲੋਂ ਸਮੇਂ-ਸਮੇਂ ਤੇ ਗੱਤਕੇ ਵਿਦਿਆ ਦੇ ਕੈਂਪ ਲਗਾਏ ਗਏ ਨੇ, ਬਕਾਇਦਾ ਕੰਪੀਟੀਸ਼ਨ ਕਰਾਏ ਗਏ ਨੇ, ਮੁਕਾਬਲੇ ਕਰਾਏ ਗਏ ਨੇ। ਫਿਰ ਤੁਸੀਂ ਅੱਜ ਦੇ ਸਮੇਂ ਸ਼ਸਤਰ ਵਿਦਿਆ ਨੂੰ ਕਿੱਥੇ ਵੇਖਦੇ ਹੋ? ਸ਼ਸਤਰ ਵਿਦਿਆ ਅੱਜ ਤੇ ਨਾ, ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕਰ ਚੁੱਕਾ ਵੀ ਜਿਹੜੀ ਸ਼ਸਤਰ ਵਿਦਿਆ, ਜਿਹੜੀ ਓਰੀਜਨਲ ਸ਼ਸਤਰ ਵਿਦਿਆ ਜਿਹਨੂੰ ਅਸੀਂ ਕਹਿੰਦੇ ਹਾਂ, ਯੁੱਧ ਕਲਾ ਕਹਿੰਦੇ ਆ, ਉਹ ਪੁਰਾਤਨ ਸ਼ਸਤਰ ਵਿਦਿਆ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਕੋਲ ਪਸੀਨਾ ਚੱਲੀ ਆ ਰਹੀ ਹੈ। ਇਹ ਤਾਂ ਕਿ ਟਾਵੀ ਰਹਿ ਚੁੱਕੀ ਹੈ ਕਿਤੇ ਨਾ ਕਿਤੇ। ਹਾਂਜੀ, ਉਹ ਵਿਦਿਆ ਜਿਹੜੀ ਟਾਵੀ ਰਹਿ ਚੁੱਕੀ ਹੈ। ਤੇ ਮੌਜੂਦਾ ਸਮੇਂ ਜਿਹੜੇ ਸ਼ਸਤਰ ਅਭਿਆਸ ਕਰਾਏ ਜਾ ਰਹੇ ਨੇ, ਉੱਥੇ ਕਿਹੜੀ ਵਿਦਿਆ ਦਿੱਤੀ ਜਾ ਰਹੀ ਹੈ? ਫਿਰ ਵਿਦਿਆ ਵਿੱਚ ਕਾਫੀ ਫਰਕ ਪੈ ਗਿਆ, ਔਰ ਸਿਖਲਾਈ 'ਚ ਫਰਕ ਪੈ ਗਿਆ, ਔਰ ਇਹ ਵਰਤਨ ਢੰਗ 'ਚ ਫਰਕ ਪੈ ਗਿਆ। ਸ਼ਸਤਰ ਹੌਲੇ ਆ ਗਏ, ਅੱਗੇ ਸ਼ਸਤਰ ਹੈਵੀ ਤੇ ਵਧੀਆ ਕੁਆਲਿਟੀ ਦੇ ਹੁੰਦੇ ਸੀ। ਅੱਜ ਸ਼ਸਤਰ ਹੀ ਆਪਣਾ ਹਲਕੇ ਲੱਭਣ ਦੀ ਕੋਸ਼ਿਸ਼ ਕਰਦੇ ਆ, ਸਸਤੇ ਲੱਭਣ ਦੀ ਕੋਸ਼ਿਸ਼ ਕਰਨੇ, ਤੇ ਉਹ ਲੱਭਦੇ ਜਿਹੜੇ ਮਨਪਸੰਦ ਹੁੰਦੇ ਆ, ਨਾ ਕਿ ਗੁਰੂ ਕਾਲ ਤੋਂ ਚੱਲੇ ਆ ਰਹੇ ਸ਼ਸਤਰਾਂ ਨੂੰ ਵਰਤਣ ਦੀ ਕੋਸ਼ਿਸ਼ ਕਰਦੇ ਆ। ਇੱਕ ਗੱਲ ਹੋਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਅੱਜ ਬਹੁਤਾਤ ਗਿਣਤੀ ਸਾਡੇ ਨੌਜਵਾਨਾਂ ਦੀ ਇਹ ਬੋਲ ਹੈ, ਸਾਡੇ ਨੌਜਵਾਨਾਂ ਦੇ ਮੁੱਖ 'ਚੋਂ ਆਉਂਦਾ ਹੈ ਕਿ ਸ਼ਸਤਰ ਕੇਵਲ ਤੇ ਕੇਵਲ ਸਟੇਜ ਤੇ ਵਿਖਾਵੇ ਦਾ ਇੱਕ ਸਾਧਨ ਬਣ ਚੁੱਕਾ ਹੈ। ਤੁਸੀਂ ਇਸ ਗੱਲ ਨਾਲ ਸਹਿਮਤ ਹੋ? ਸ਼ਸਤਰ ਸਾਡੇ ਹਰ ਵੇਲੇ ਅੰਗ ਸੰਗ ਹੈ ਜੀ। ਗੁਰੂ ਸਾਹਿਬ ਨੇ ਸਾਨੂੰ ਕਿਰਪਾਨ ਤੋਂ ਬਗੈਰ ਤਾਂ ਸੌਣ ਦੀ ਵੀ ਇਜਾਜ਼ਤ ਨਹੀਂ ਦਿੱਤੀ, ਸਾਨੂੰ ਕਿਤੇ ਵਿਚਰਨ ਦੀ ਇਜਾਜ਼ਤ ਨਹੀਂ ਦਿੱਤੀ ਰੂਮ ਕਿਤੇ ਵੀ। ਸ਼ਸਤਰ ਇਹ ਸਰੀਰ ਤੋਂ ਤਿਆਗ ਨਹੀਂ ਸਕਦੇ। ਇਹ ਸਟੇਜ ਦਾ ਸਾਧਨ ਤੇ ਆਪਾਂ ਕਹਿ ਕੇ ਆਪਣੀ ਜ਼ਿੰਮੇਵਾਰੀ ਤੋਂ ਸੁਰੱਖਿਅਤ ਨਹੀਂ ਹੋ ਸਕਦੇ। ਸਟੇਜ 'ਤੇ ਸਿਰਫ ਪ੍ਰਦਰਸ਼ਨ ਅਸੀਂ ਇਸ ਕਰਕੇ ਕਰਦੇ ਹਾਂ ਵੀ ਤਾਂ ਜੋ ਆਮ ਲੋਕਾਂ ਨੂੰ ਪਤਾ ਲੱਗ ਸਕੇ ਵੀ ਸਾਡਾ ਵਿਰਸਾ ਕਿੰਨਾ ਅਮੀਰ ਹੈ। ਤੁਸੀਂ ਇੱਥੇ ਪ੍ਰਦਰਸ਼ਨ ਦੀ ਗੱਲ ਕੀਤੀ, ਸ਼ਸਤਰ ਪ੍ਰਦਰਸ਼ਨ ਦੀ ਗੱਲ ਕੀਤੀ, ਸ਼ਸਤਰ ਵਿਦਿਆ ਦੇ ਪ੍ਰਦਰਸ਼ਨ ਦੀ ਗੱਲ ਕੀਤੀ। ਇੱਕ ਹੋਰ ਸਾਡੇ ਸਟੇਜ ਤੋਂ ਬੜਾ ਇੱਕ ਅਹਿਮ ਪੱਖ ਵੇਖਿਆ ਜਾਂਦਾ, ਜਿਹਨੂੰ ਦੇਖ ਕੇ ਮਾਤਾ ਪਿਤਾ ਦੁਬਦਾ ਆ ਜਾਂਦੇ ਨੇ। ਮੂੰਹ ਦੇ ਵਿੱਚ ਤੇਲ ਪਾਣਾ ਤੇ ਅੱਗਾ ਕੱਢਣੀਆਂ, ਜਾਂ ਅੱਖਾਂ ਤੇ ਪੱਟੀ ਬਣ ਕੇ ਕਿਸ ਤਰ੍ਹਾਂ ਦੇ ਕੋਤਕ ਕਰਨੇ। ਕੀ ਜਦੋਂ ਇਹ ਕੋਤਕ ਸਟੇਜ ਤੋਂ ਵਿਖਾਏ ਜਾਣਗੇ, ਮਾਤਾ ਪਿਤਾ ਆਪਣੇ ਬੱਚੇ ਨੂੰ ਭੇਜ ਦੇਣਗੇ? ਉਹ ਸ਼ਸਤਰ ਵਿਦਿਆ ਪੱਖ ਨੇ ਜੀ, ਉਹ ਸ਼ਸਤਰ ਵਿਦਿਆ ਹਿੱਸਾ ਨੇ ਜੀ। ਜਿਹੜੇ ਵੀਰ ਕਰਦੇ ਨੇ ਉਹਨਾਂ ਨੂੰ ਅਸੀਂ ਲੋਕ ਹੀ ਉਤਸ਼ਾਹਿਤ ਕਰਦੇ ਹਾਂ। ਪ੍ਰਬੰਧਕ ਕਮੇਟੀਆਂ ਇਹਨਾਂ ਬੁਲਾਉਂਦੀਆਂ ਵੀ ਆ ਕਰੋ। ਉਹ ਵੀਰ ਕਿਉਂ ਕਰਨਗੇ? ਉਹ ਵੀਰ ਸਾਡੇ ਚੋਂ ਹੀ ਨੇ, ਬਾਹਰੋਂ ਨਹੀਂ ਨੇ। ਉਹ ਵੀਰ ਸਾਡੇ ਹੀ ਨੇ। ਉਹ ਜਦੋਂ ਪ੍ਰਬੰਧਕ ਕਮੇਟੀਆਂ ਜਾਂ ਸੰਗਤਾਂ ਕਹਿੰਦੀਆਂ ਨੇ ਵੀ ਕਿੰਨਾ ਸਟੰਟਬਾਜ਼ੀ ਕਰੋ ਜਾਂ ਕੋਈ ਹੋਰ ਸਾਨੂੰ ਦਿਖਾਓ, ਉਹ ਦਿਖਾਉਣ ਲਈ ਮਜਬੂਰ ਹੋ ਜਾਂਦੇ ਨੇ। ਸ਼ਸਤਰ ਵਿਦਿਆ ਜੇ ਅਸਲੀ ਮੰਗੀ ਜਾਵੇ, ਸ਼ਸਤਰ ਵਿਦਿਆ ਚ ਸਟੰਟਬਾਜ਼ੀ ਕੁਝ ਨਹੀਂ। ਸ਼ਸਤਰ ਵਿਦਿਆ ਸਟੰਟਬਾਜ਼ੀ ਨਹੀਂ ਹੈਗੀ, ਅਸੀਂ ਉਹਨਾਂ ਨੂੰ ਮਜਬੂਰ ਕਰਦੇ ਸਟੰਟਬਾਜ਼ੀ ਕਰਨ ਲਈ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਬੜੇ ਮਾਣ ਤੇ ਫਖਰ ਹੋਣਾ ਚਾਹੀਦਾ ਤੁਹਾਨੂੰ ਸ਼ਸਤਰ ਵਿਦਿਆ ਤੇ। ਗੁਰੂ ਸਾਹਿਬ ਤੋਂ ਚੱਲੀ ਆ ਰਹੀ ਸ਼ਸਤਰ ਵਿਦਿਆ ਅੱਜ ਸ਼ਸਤਰ ਅਭਿਆਸ ਬਣ ਚੁੱਕੀ ਹੈ। ਮੌਜੂਦਾ ਸਮੇਂ ਪੁਰਾਤਨ ਗੁਰਸਿੱਖਾਂ ਦਾ ਜੀਵਨ ਪੜ੍ਹਨ ਵਾਲੇ ਮਾਤਾ ਪਿਤਾ ਬੜੇ ਮਾਣ ਤੇ ਫਖਰ ਦੇ ਨਾਲ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਦਾ ਪੱਖ ਜੋੜਦੇ ਨੇ, ਸ਼ਸਤਰ ਵਿਦਿਆ ਨੂੰ ਜੋੜਦੇ ਨੇ ਬੱਚਿਆਂ ਨੂੰ। ਪਰ ਬਹੁਤਾਤ ਗਿਣਤੀ 'ਚ ਵੇਖਿਆ ਜਾ ਰਿਹਾ ਹੈ, ਜਿਵੇਂ ਸਾਡੇ ਅਤੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਗੱਤਕਾ ਮਾਸਟਰ ਨੇ ਦੱਸਿਆ ਕਿ ਕੇਵਲ ਅੱਜ ਸਟੇਜਾਂ ਤੇ ਉਹ ਸਟੰਟਬਾਜ਼ੀ ਕਰਾਈ ਜਾ ਰਹੀ ਹੈ। ਸੋ ਕੋਸ਼ਿਸ਼ ਕਰੀਏ ਜਿਹੜੀ ਸਾਡੀ ਪੁਰਾਤਨ ਵਿਦਿਆ ਹੈ, ਸ਼ਸਤਰ ਵਿਦਿਆ, ਅਸੀਂ ਉਹਨੂੰ ਸ਼ਸਤਰ ਵਿਦਿਆ ਹੀ ਰਹਿਣ ਦਈਏ, ਸਟੰਟਬਾਜ਼ੀ ਨਾ ਬਣਨ ਦਈਏ। ਗਿਆਨੀ ਪਰਮਿੰਦਰ ਸਿੰਘ, ਮੈਂ ਤੁਹਾਡੇ ਵੱਲ ਆਵਾਂਗਾ। ਇੱਕ ਨਹੀਂ ਬਹੁਤਾਤ ਗਿਣਤੀ 'ਚ ਤੁਸੀਂ ਨੌਜਵਾਨਾਂ ਦੇ ਰੂਬਰੂ ਹੁੰਦੇ ਹੋ। ਪਹਿਲੇ ਵੀ ਮੈਂ ਗੱਲ ਕੀਤੀ ਸੀ, ਭਾਈ ਮਨਜੀਤ ਸਿੰਘ ਲੰਬੇ ਸਮੇਂ ਤੋਂ ਸ਼ਸਤਰ ਵਿਦਿਆ ਕਰਾ ਰਹੇ ਨੇ, ਗੱਤਕੇ ਦੀ ਟ੍ਰੇਨਿੰਗ ਦੇ ਰਹੇ ਨੇ। ਤੁਸੀਂ ਵੀ ਲੰਬੇ ਸਮੇਂ ਤੋਂ ਗੁਰਮਤ ਕੈਂਪਾਂ ਦੇ ਨਾਲ ਸ਼ਸਤਰ ਵਿਦਿਆ ਦਾ ਵੀ ਪ੍ਰਬੰਧ ਕਰਦੇ ਹੋ। ਇਹਨਾਂ ਨੇ ਇੱਕ ਸ਼ਬਦ ਵਰਤਿਆ ਸੀ, ਗਿਆਨ ਖੜਗ ਤੇ ਸਰਬ ਲੋਕ ਖੜਗ। ਮੈਂ ਚਾਹਾਂਗਾ ਥੋੜ੍ਹਾ ਜਿਹਾ ਉਹਦੇ ਬਾਰੇ ਵੀ ਦੱਸੋ। ਗਿਆਨ ਖੜਗ ਦਾ ਮਤਲਬ ਇਹ ਆ ਵੀ ਗੁਰੂ ਦੇ ਗਿਆਨ ਦੀ ਤਲਵਾਰ ਹੋਵੇ ਜੀ। ਕੱਲ ਨੂੰ ਤੁਹਾਨੂੰ ਕੋਈ ਸਵਾਲ ਕਰਦਾ ਹੈ ਤੁਹਾਡੇ ਪੰਥ ਦੇ ਬਾਬਤ ਤੇ ਤੁਸੀਂ ਉਹਦਾ ਜਵਾਬ ਦੇ ਸਕਦੇ ਹੋ। ਉਹ ਗੁਰੂ ਦਾ ਗਿਆਨ ਤੁਹਾਡੇ ਕੋਲ ਹੋਵੇ। ਹੁਣ ਗੁਰਮਤ ਕੈਂਪ ਲਾਉਣ ਦਾ ਮਕਸਦ ਇਹ ਆ ਵੀ ਬੱਚਿਆਂ ਨੂੰ ਜਿੱਥੇ ਗਿਆਨ ਦੀ ਖੜਗ ਫੜਾਈ ਜਾਏ, ਉਹਨਾਂ ਨੂੰ ਜੋ ਗੁਰਮਤ ਦਾ ਸਿਧਾਂਤ ਹੈ ਉਹ ਦੱਸਿਆ ਜਾਏ, ਉੱਥੇ ਉਹਦੇ ਨਾਲ ਹੀ ਸ਼ਸਤਰ ਵਿਦਿਆ ਦਾ ਸਿਖਲਾਈ ਦਾ ਜਿਹੜਾ ਪ੍ਰਬੰਧ ਕੀਤਾ ਜਾਂਦਾ ਹੈ ਉਹ ਹੈ ਸਰਬ ਲੋਕ ਖੜਗ। ਜਿਹੜਾ ਆਪਣਾ ਜਿਹੜੀ ਸਾਡੀ ਸ਼ਸਤਰ ਵਿਦਿਆ ਆ ਤਾਂ ਉਹ ਵੀ ਉਹ ਸਿੱਖ ਸਕਣ। ਜਦੋਂ ਉਹਨਾਂ ਨੂੰ ਕਿਧਰੇ ਅੱਗੇ ਪਿੱਛੇ ਰਾਤ ਬਰਾਤੇ ਜਾਣਾ ਪੈਂਦਾ, ਜੇ ਕੋਈ ਮੁਸੀਬਤ ਬਣੇ, ਇੱਜ਼ਤ ਆਬਰੂ ਤੇ ਬਣ ਜਾਏ, ਤੇ ਉਹ ਉਸ ਖੜਗ ਦੇ ਨਾਲ ਆਪਣੀ ਇੱਜ਼ਤ ਬਚਾ ਸਕਣ, ਕਿਸੇ ਦੀ ਮਦਦ ਕਰ ਸਕਣ। ਤੁਸੀਂ ਪੁਰਾਤਨ ਸਿੰਘਾਂ ਨੂੰ ਵੀ ਮਿਲੇ ਹੋ, ਉਹਨਾਂ ਦਾ ਜੀਵਨ ਵੀ ਪੜ੍ਹਿਆ, ਤੁਸੀਂ ਉਹਨਾਂ ਨਾਲ ਵਿਚਰੇ ਵੀ ਹੋ। ਪੁਰਾਤਨ ਸਮੇਂ 'ਚ ਸਾਡੀਆਂ ਸਿੱਖ ਬੀਬੀਆਂ ਸ਼ਸਤਰ ਅਭਿਆਸ 'ਚ ਬੜਾ ਅੱਗੇ ਵੱਧ ਕੇ ਹਿੱਸਾ ਲੈਂਦੀਆਂ ਸਨ ਤੇ ਆਪਣੇ ਆਪ ਨੂੰ ਬੜਾ ਮਹਿਸੂਸ ਸਮਝਦੀਆਂ ਸਨ ਕਿ ਸਾਡੇ ਕੋਲ ਸ਼ਸਤਰ ਵਿਦਿਆ ਆ ਚੁੱਕੀ, ਅਸੀਂ ਹੁਣ ਸੇਫ ਹਾਂ। ਮੌਜੂਦਾ ਸਮੇਂ ਕੀ ਉਹ ਸਿੱਖ ਬੀਬੀਆਂ ਮੌਜੂਦਾ ਸਮੇਂ ਦੀਆਂ ਬੱਚੀਆਂ ਕੀ ਸ਼ਸਤਰ ਅਭਿਆਸ ਵੱਲ ਆ ਰਹੀਆਂ ਨੇ? ਬਿਲਕੁਲ ਆ ਰਹੀਆਂ ਜੀ। ਬਹੁਤ ਜ਼ਿਆਦਾ ਬੀਬੀਆਂ ਆ ਰਹੀਆਂ। ਦਿੱਲੀ 'ਚ ਖਾੜੇ ਲੱਗ ਰਹੇ ਨੇ, ਸੀਚੇਵਾਲ ਬੀਬੀ ਗੁਰਿੰਦਰ ਕੌਰ ਨੇ ਉਹ ਖਾੜੇ ਲਾ ਰਹੇ ਨੇ। ਹੋਰ ਬਹੁਤ ਜਗ੍ਹਾ ਖਾੜੇ ਲੱਗ ਰਹੇ ਨੇ, ਬੀਬੀਆਂ ਆ ਰਹੀਆਂ ਨੇ। ਬੀਬੀਆਂ ਦੇ ਨਰੋਲ ਬੀਬੀਆਂ ਦੇ ਖਾੜੇ ਵੀ ਨੇ ਤੇ ਬੀਬੀਆਂ ਖਤਕੇ ਖਾੜੇ ਬਾਕੀ ਵੀ ਆ ਰਹੀਆਂ ਨੇ। ਸ਼ਸਤਰ ਵਿਦਿਆ 'ਚ ਬੀਬੀਆਂ ਦੇ ਸਿੰਘਾਂ ਦਾ ਕੋਈ ਵਖਰੇਵਾ ਨਹੀਂ ਹੈ। ਸਾਨੂੰ ਸਿਰਫ ਜ਼ਰੂਰਤ ਹੈ ਸਿਰਫ ਜਾਗਰੂਕਤਾ ਦੀ। ਇੱਕ ਇਹ ਕਿਹਾ ਜਾਂਦਾ ਹੈ ਕਿ ਜਿਹੜੀ ਬੀਬੀ ਨੇ ਸ਼ਸਤਰ ਅਭਿਆਸ ਕਰ ਲਿਆ, ਸ਼ਸਤਰ ਦੀ ਟ੍ਰੇਨਿੰਗ ਲੈ ਲਈ, ਉਹ ਕਿਤੇ ਵੀ ਆ ਜਾ ਸਕਦੀ ਹੈ। ਆਪਣੇ ਆਪ ਨੂੰ ਮਹਿਸੂਸ ਸਮਝੇ ਕਿ ਵੀ ਮੈਂ ਬਿਲਕੁਲ ਸੇਫ ਹਾਂ, ਗੁਰੂ ਦਾ ਬਾਣਾ ਮੇਰੇ ਕੋਲ ਹੈ, ਗੁਰੂ ਦਾ ਸ਼ਸਤਰ ਅਭਿਆਸ ਮੇਰੇ ਕੋਲ ਹੈ, ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਤੁਸੀਂ ਦੇਸ਼ ਵਿਦੇਸ਼ਾਂ ਦੇ ਵਿੱਚ ਵਿਚਰ ਰਹੇ ਹੋ, ਵਿਦੇਸ਼ਾਂ ਦੀ ਧਰਤੀ ਤੇ ਸ਼ਸਤਰ ਵਿਦਿਆ ਦਾ ਕੀ ਰੋਲ ਹੈ? ਵਿਦੇਸ਼ਾਂ ਦੀ ਧਰਤੀ ਜਿਵੇਂ ਸਾਡੇ ਪੰਜਾਬ ਦੇ ਵਿੱਚ, ਦਿੱਲੀ 'ਚ, ਹਰਿਆਣਾ 'ਚ, ਹਿਮਾਚਲ 'ਚ, ਅੱਜ ਯੂਪੀ 'ਚ, ਮੱਧ ਪ੍ਰਦੇਸ਼ 'ਚ ਕਾਫੀ ਜਗ੍ਹਾ ਸ਼ਸਤਰ ਵਿਦਿਆ ਫੈਲ ਚੁੱਕੀ। ਜੰਮੂ ਕਸ਼ਮੀਰ ਤੋਂ ਲੈ ਕੇ ਮਦਰਾਸ ਤੱਕ ਸ਼ਸਤਰ ਵਿਦਿਆ ਦੇ ਅਖਾੜੇ ਨੇ। ਇੰਝ ਹੀ ਸੰਸਾਰ ਜਿੱਥੇ ਜਿੱਥੇ ਸਿੱਖ ਵਸਦਾ, ਜਿੱਥੇ ਜਿੱਥੇ ਗੁਰੂ ਘਰ ਨੇ, ਉੱਥੇ ਸ਼ਸਤਰ ਵਿਦਿਆ ਦੇ ਅਖਾੜੇ ਨੇ।
ਬਹੁਤ ਅਖਾੜੇ ਦੇ ਬੜੇ ਬੱਚੇ ਸ਼ਸਤਰ ਵਿਦਿਆ ਸਿੱਖਦੇ, ਪਰ ਬੜੇ ਸਿੰਘ ਪੁਰਾਤਨ ਸਿੰਘ ਜਦੋਂ ਗਏ ਨੇ ਉੱਥੇ, ਪੁਰਾਣੇ ਸਿੰਘ ਗਏ ਨੇ ਜਾਂ ਨਾਲ ਦੇ ਹੁੰਦੀ ਉਮਰ ਦੇ ਸਿੰਘ ਜਾ ਰਹੇ ਨੇ, ਗੱਤਕੇ ਵਾਲੇ ਸਿੰਘ ਜਾ ਰਹੇ ਨੇ, ਉੱਥੇ ਆ ਕੇ ਸਭ ਤੋਂ ਪਹਿਲਾਂ ਸ਼ਸਤਰ ਵਿਦਿਆ ਅਖਾੜੇ ਲਾਉਂਦੇ ਨੇ। ਅੱਜ ਬਹੁਤ ਜਾਗਰੂਕਤਾ ਆ ਚੁੱਕੀ ਸ਼ਸਤਰ ਵਿਦਿਆ ਪ੍ਰਤੀ, ਸ਼ਸਤਰ ਵਿਦਿਆ ਅਖਾੜਿਆਂ ਪ੍ਰਤੀ, ਸ਼ਸਤਰ ਵਿਦਿਆ ਬਹੁਤ ਅਖਾੜੇ ਲੱਗ ਰਹੇ ਨੇ। ਤੁਸੀਂ ਸ਼ਸਤਰ ਵਿਦਿਆ ਦੀ ਇੱਕ ਟੈਕਨੀਕ ਬਾਰੇ ਗੱਲ ਕੀਤੀ ਸੀਗੀ, ਜੇਕਰ ਵਿਦੇਸ਼ਾਂ ਦੀ ਗੱਲ ਕੀਤੀ ਜਾਵੇ, ਵਿਦੇਸ਼ਾਂ ਵਿੱਚ ਵਿਚਰਦੇ ਨੌਜਵਾਨਾਂ ਦੀ ਗੱਲ ਕੀਤੀ ਜਾਵੇ, ਉਹ ਕਹਿੰਦੇ ਨੇ ਸਾਡੇ ਹੱਥ ਵਿੱਚ ਉਹ ਸ਼ਸਤਰ ਸ਼ੋਭਾ ਦਿੰਦਾ ਹੈ ਕਿ ਅਸੀਂ ਹੱਥ ਨਾਲ ਚਲਾਈਏ ਤੇ ਦੂਜੇ ਤੇ ਵਾਰ ਹੋ ਜਾਵੇ। ਬਹੁਤਾਤ ਗਿਣਤੀ 'ਚ ਇਹੋ ਜਿਹੇ ਸ਼ਸਤਰ ਵਰਤੇ ਜਾ ਰਹੇ ਨੇ। ਇਹ ਸੋਚ ਜਿਹੜੇ ਸ਼ਸਤਰ ਵਿਦਿਆ ਅਖਾੜੇ ਆ ਨਾ, ਜਿਹੜੇ ਬੱਚੇ ਸਿੱਖਦੇ ਆ, ਇਹ ਉਹਨਾਂ ਦੀ ਨਹੀਂ ਹੈ, ਇਹ ਉਹਨਾਂ ਦੀ ਹੈ ਜਿਹੜੇ ਕਹਿੰਦੇ ਵੀ ਰਾਤੋਂ ਰਾਤ ਹੀ ਬਈ ਨੁਕਸਾਨ ਕਿਸੇ ਦਾ ਕਰਨਾ ਜਾਂ ਭੈੜੀ ਸੋਚ ਰੱਖ ਕੇ ਕਰਦੇ ਵੀ ਸ਼ਸਤਰ ਮੇਰੇ ਹੱਥ 'ਚ ਹੋਵੇ ਮੈਂ ਕਿਸੇ ਦਾ ਨੁਕਸਾਨ ਕਰਦਾ। ਜੇ ਸਾਡੇ ਗੱਲ 'ਚ ਸ਼ਸਤਰ ਪਿਆ ਤੇ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਗਾ, ਸਾਡੀ ਆਪਣੀ ਹਿਫਾਜ਼ਤ ਲਈ ਗਾ ਤੇ ਦੂਜੇ ਦੀ ਹਿਫਾਜ਼ਤ ਵਾਸਤੇ, ਦੂਜੇ ਦੀ ਜ਼ਰੂਰਤ ਪੈਣ ਤੇ ਦੂਜੇ ਦੀ ਹਿਫਾਜ਼ਤ ਲਈ ਆਪਣੀ ਹਿਫਾਜ਼ਤ ਲਈ ਹੈਗਾ ਦੂਜੇ ਦੀ ਵੀ ਹੈ, ਪਰ ਇਹ ਨੁਕਸਾਨ ਕਰਨ ਲਈ ਨਹੀਂ ਸਾਨੂੰ ਗੁਰੂ ਸਾਹਿਬ ਨੇ ਪਵਾਇਆ, ਇਹ ਆਪਣੀ ਰੱਖਿਆ ਕਰਨ ਲਈ ਪਵਾਇਆ। ਬਿਲਕੁਲ ਸੱਚਮੁੱਚ ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਅੱਜ ਬੜਾ ਆਨੰਦ ਆਇਆ ਆਪਣੀ ਪੁਰਾਤਨ ਵਿਦਿਆ ਦਾ, ਸ਼ਸਤਰ ਬਾਰੇ ਜਾਣ ਕੇ। ਸੱਚਮੁੱਚ ਕਿੰਨੇ ਮਾਣ ਤੇ ਫਖਰ ਨਾਲ ਗੁਰੂ ਪਾਤਸ਼ਾਹ ਨੇ, ਗੁਰੂ ਨਾਨਕ ਸਾਹਿਬ ਨੇ ਸ਼ਸਤਰ ਵਿਦਿਆ ਆਰੰਭ ਕੀਤੀ ਸੀਗੀ ਤੇ ਅੱਜ ਬਕਾਇਦਾ ਹਵਾਲੇ ਵੀ ਸਾਡੇ ਅਤੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਨਜੀਤ ਸਿੰਘ ਗੱਤਕਾ ਮਾਸਟਰ ਦਿੱਤੇ ਨੇ। ਗਿਆਨੀ ਪਰਮਿੰਦਰ ਸਿੰਘ ਬੜਾ ਸੋਹਣਾ ਆਖਿਆ ਕਿ ਸਾਡੇ ਅੱਜ ਮਾਤਾ ਪਿਤਾ ਦੁਬਿਧਾ ਦੇ ਵਿੱਚ ਨੇ, ਅਸੀਂ ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਦੇਣ ਤੋਂ ਥੋੜ੍ਹੇ ਜਿਹੇ ਅਵੇਸਲੇ ਰਹਿ ਚੁੱਕੇ ਆ। ਕਾਰਨ ਗਿਆਨ ਖੜਕ ਬਹੁਤ ਦਿੱਤਾ, ਪਰੰਤੂ ਸਰਬ ਲੋਕ ਖੜਕ ਤੋਂ ਅਸੀਂ ਦੂਰੀ ਬਣਾ ਲਈ। ਹੱਥ ਜੋੜ ਕੇ ਬੇਨਤੀ ਹੈ, ਜਿੱਥੇ ਆਪਣੇ ਬੱਚਿਆਂ ਨੂੰ ਗੁਰੂ ਘਰ ਰੋਜ਼ਾਨਾ ਲੈ ਕੇ ਆਉਂਦੇ ਹੋ, ਆਪਣੇ ਬੱਚਿਆਂ ਨੂੰ ਸ਼ਸਤਰ ਵਿਦਿਆ ਦੇ ਨਾਲ ਵੀ ਜੋੜੋ, ਤਾਂ ਜੋ ਸਾਡੀ ਪੁਰਾਤਨ ਵਿਦਿਆ ਗੁਰੂ ਸਾਹਿਬ ਦੇ ਗੁਰੂ ਸਮਕਾਲ ਤੇ ਚੱਲੀ ਆ ਰਹੀ ਜਿਹੜੀ ਵਿਦਿਆ ਹੈ ਇਹ ਅਲੋਪ ਨਾ ਹੋਵੇ। ਅਸੀਂ ਇਸ ਵਿਦਿਆ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾਈਏ, ਤਾਂ ਜੋ ਆਉਣ ਵਾਲੀਆਂ ਪਨੀਰੀਆਂ, ਆਉਣ ਵਾਲੀਆਂ ਕੌਮਾਂ ਸਾਡੇ ਤੇ ਫਖਰ ਕਰ ਸਕਣ। ਜੇ ਉਹ ਉਹਨਾਂ ਦੀ ਰਾਖੀ ਕਰਨ ਵਾਸਤੇ ਖਾਲਸਾ ਤਿਆਰ ਹੋਇਆ ਤੇ ਖਾਲਸਾ ਆਪਣੀ ਰੱਖਿਆ ਵੀ ਕਰ ਸਕਦਾ ਹੈ, ਕੇਵਲ ਤੇ ਕੇਵਲ ਸ਼ਸਤਰ ਵਿਦਿਆ ਦੇ ਰਾਹੀਂ। ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਵਡਮੁੱਲੀ ਜਾਣਕਾਰੀ ਤੁਸੀਂ ਇਸ ਸ਼ਸਤਰ ਵਿਦਿਆ ਬਾਰੇ ਦਿੱਤੀ। ਗੁਰੂ ਕਿਰਪਾ ਕਰੇ ਜੋ ਬੀੜਾ ਤੁਸੀਂ ਚੱਕਿਆ ਪੂਰੇ ਵਿਸ਼ਵ ਦੇ ਵਿੱਚ ਸ਼ਸਤਰ ਵਿਦਿਆ ਨੂੰ ਲੈ ਕੇ ਜਾਣਾ, ਸ਼ਸਤਰ ਵਿਦਿਆ ਦਾ ਪ੍ਰਚਾਰ ਕਰਨਾ। ਗਿਆਨੀ ਪਰਮਿੰਦਰ ਸਿੰਘ ਤੁਸੀਂ ਗੁਰਮਤਿ ਕੈਂਪਾਂ ਰਾਹੀਂ ਪ੍ਰਚਾਰ ਕਰ ਰਹੇ ਹੋ, ਗੁਰੂ ਪਾਤਸ਼ਾਹ ਤੁਹਾਡੇ ਤੋਂ ਸੇਵਾ ਲੈਂਦੇ ਰਹਿਣ। ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਪਿਆਰੀ ਸਾਧ ਸੰਗਤ ਜੀਓ, ਇਹ ਸਨ ਸਾਡੇ ਅਤੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਅਤੇ ਗਿਆਨੀ ਪਰਮਿੰਦਰ ਸਿੰਘ ਜੀ। ਆਓ ਥੋੜ੍ਹਾ ਜਿਹਾ ਆਪਾਂ ਉਹਨਾਂ ਲਿਖਤਾਂ ਵੱਲ ਵੇਖੀਏ, ਜਿਹੜੀਆਂ ਲਿਖਤਾਂ ਸਾਡੇ ਅਤੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਨੇ ਲਿਖੀਆਂ ਨੇ, ਜਿਨ੍ਹਾਂ ਲਿਖਤਾਂ ਦੇ ਵਿੱਚੋਂ ਸਾਡੇ ਸ਼ਸਤਰ ਵਿਦਿਆ ਦੇ ਝਲਕਾਰੇ ਵੱਜਦੇ ਨੇ, ਅਤੇ ਜਿਹੜੀਆਂ ਲਿਖਤਾਂ ਅੱਜ ਹਰ ਘਰ ਵਿੱਚ ਹੋਣੀਆਂ ਚਾਹੀਦੀਆਂ ਨੇ, ਤਾਂ ਜੋ ਸਾਡੀ ਪੁਰਾਤਨ ਸ਼ਸਤਰ ਵਿਦਿਆ ਬਾਰੇ ਪਤਾ ਲੱਗ ਸਕੇ ਤੇ ਮਾਤਾ ਪਿਤਾ ਬੜੇ ਮਾਣ ਤੇ ਫਖਰ ਨਾਲ ਉਹਨਾਂ ਸ਼ਸਤਰ ਵਿਦਿਆ ਨਾਲ ਜੋੜ ਸਕਣ। ਸੋ ਇਹ ਸੀ ਜੀ ਉਹ ਲਿਖਤਾਂ ਜਿਨ੍ਹਾਂ ਨੂੰ ਸਾਡੇ ਅਤੀ ਸਤਿਕਾਰਯੋਗ ਭਾਈ ਮਨਜੀਤ ਸਿੰਘ ਗੱਤਕਾ ਮਾਸਟਰ ਨੇ ਲਿਖਿਆ। ਹੁਣ ਸਾਨੂੰ ਦਿਓ ਆਗਿਆ, ਆਪ ਸਮੂਹ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ। ਫਿਰ ਮਿਲਾਂਗੇ ਨਵਾਂ ਵਿਸ਼ਾ ਲੈ ਕੇ, ਤਦ ਤੱਕ ਖਿਮਾ ਤੇ ਜਾਚਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।